ਹਾਜ਼ਰੀਨ ਮੁਅੱਜ਼ਜ਼ ਅਫਰਾਦ ਉਡਾਨ ਇੰਸਟੀਚਿਊਟ ਦੀ ਆਨਲਾਈਨ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਅੱਜ ਕੱਲ ਦੀ ਤਰ੍ਹਾਂ ਹੀ ਜਾਂ ਸਾਡੀ ਜੋ ਸ਼੍ਰੰਖਲਾ ਚੱਲ ਰਹੀ ਹੈ ਉਸ ਦੇ ਅਕੋਰਡਿੰਗ ਹੀ ਜਿਹੜਾ ਕੰਮ ਕਰ ਰਹੇ ਹਾਂ MCQ ਦੀ ਮਾਸਟਰ ਗ੍ਰੇਡਰ ਦੇ ਵਿੱਚ ਤਿਆਰੀ ਹੈਗੀ ਜਿਹੜੀ ਉਸ ਸੰਦਰਭ ਦੇ ਵਿੱਚ ਉਹਦੀ ਅਗਲੀ ਕਲਾਸ ਦੇ ਵਿੱਚ ਆਪਾਂ ਜਿਹੜਾ ਹੈਗਾ ਲੰਘ ਚੁੱਕੀ ਕਲਾਸ ਉਹਦੇ ਵਿੱਚ 500 ਤੱਕ ਜਿਹੜੇ ਕੁਐਸਚਨ ਸੀ ਉਹ ਹੱਲ ਕਰ ਲਏ ਸੀ। ਤੋਂ ਅੱਗੇ ਜਿਹੜੇ ਹੈਗੇ ਨੇ ਹੁਣ 501 ਤੋਂ ਲੈ ਕੇ ਅਗਲੇ ਕੁਐਸਚਨਾਂ ਨੂੰ ਅਸੀਂ ਅੱਜ ਇੱਥੇ ਹੱਲ ਕਰਾਂਗੇ। तो साडे कोल प्रथम हैगा कि ऊड़ा आड़ा ईड़ी हन। साथों उन्होंने पूछा कि ये तिन्ने जिहड़े अखर ने तिन्ने जिहड़े धुनियां ने की ने। तो साडे कोल जिहड़े चार ऑप्शन ने ये स्वर ने तकरीबन ਅਸੀਂ ਇੱਥੇ ਟਪਲਾ ਖਾ ਜਾਂਦੇ ਹੈਗੇ ਸਟੂਡੈਂਟਸ ਇੱਥੇ ਟਪਲਾ ਖਾਂਦੇ ਨੇ ਨਾ ਵਿਅੰਜਨ ਤੇ ਅਰਧ ਸਵਰ ਤਾਂ ਇਹ ਹੈ ਹੀ ਨਹੀਂ ਇਸ ਕਰਕੇ ਇਹ ਤੇ ਕੱਟ ਹੀ ਦਿਓ ਤੁਸੀਂ ਇਸ ਚੀਜ਼ ਨੂੰ ਕੱਟ ਦਿਓ। ਰਹਿ ਗਏ ਸਾਡੇ ਕੋਲ ਆਹ ਉੱਪਰ ਵਾਲੇ ਜਿਹੜੇ ਹੈਗੇ ਨੇ ਦੋ। ਹੁਣ ਇੱਥੇ ਸਟੂਡੈਂਟਸ ਅਕਸਰ ਟਪਲਾ ਖਾ ਜਾਂਦੇ ਨੇ ਉਹ ਸਵਰ ਨੇ ਜੀ ਠੀਕ ਹੈ। ਅਗਲਾ ਹੈਗਾ ਸਵਰ ਵਾਹਕ ਤੋਂ ਤੁਸੀਂ ਸਵਰ ਨੂੰ ਟਿਕ ਕਰ ਦਿੰਦੇ ਹੋ ਹਾਲਾਂਕਿ ਸਵਰ ਹੈਗੇ ਤੇ ਸਵਰ ਹੀ ਨੇ ਇਹਦੇ ਵਿੱਚ ਨੋ ਡਾਊਟ ਕੋਈ ਨਹੀਂ ਹੈ ਪਰ ਇਹ ਸਵਰ ਵਾਹਕ ਨੇ ਮੂਲ ਰੂਪ ਦੇ ਵਿੱਚ। ਪ੍ਰਥਮ ਜਿਹੜੀ ਹੈਗੀ ਕੋਟੀ ਉਹ ਇਹ ਹੈਗੀ ਕਿ ਇਹ ਸਵਰ ਵਾਹਕ ਨੇ ਔਰ ਤੁਹਾਡਾ ਆੜਾ ਹੈਗਾ ਜਿਹੜਾ ਇਹ ਇੱਥੇ ਸਹੀ ਹੋਏਗਾ ਇਸ ਕਰਕੇ ਤੁਸੀਂ ਇਹਨਾਂ ਨੂੰ ਸਵਰ ਵਾਹਕ ਮੰਨਣਾ ਹੈ। ਜਦੋਂ ਇਹਨਾਂ ਨੂੰ ਮਾਤਰਾ ਲੱਗ ਜਾਣਗੀਆਂ ਜਦੋਂ ਮਾਤਰਾ ਦੋ ਤਰ੍ਹਾਂ ਦੀ ਹੁੰਦੀ ਹੈਗੀ ਹੈ ਜਿਵੇਂ ਸਾਨੂੰ ਪਤਾ ਹੈ ਇੱਕ ਹੁੰਦੀ ਹੈ ਲਘੂ ਛੋਟੀ ਮਾਤਰਾ ਤੇ ਇੱਕ ਹੁੰਦੀ ਹੈਗੀ ਹੈ ਦੀਰਘ ਵੱਡੀ ਮਾਤਰਾ। ਲਘੂ ਦੇ ਆਧਾਰ ਤੇ ਆ ਏ ਤੇ ਓ ਤਿੰਨ ਇਹ ਜਿਹੜੇ ਹੈਗੇ ਨੇ ਲਘੂ ਨੇ ਔਰ ਉਸ ਤੋਂ ਬਾਅਦ ਵਿੱਚ 7 ਦੀਰਘ ਨੇ ਮਾਤਰਾ ਦੇ ਆਧਾਰ ਤੇ ਜਿਵੇਂ ਕਿ ਆ ਈ ਏ ਓ ਊ ਐ ਤੇ ਔ ਇਹ 7 ਦੀਰਘ ਨੇ। ਹਾਂ ਜਦੋਂ ਤੁਹਾਥੋਂ ਸਵਰ ਪੁੱਛੂਗਾ ਕਿ ਪੰਜਾਬੀ ਵਿੱਚ ਸਵਰ ਕਿੰਨੇ ਨੇ ਉਦੋਂ ਤੁਸੀਂ ਇਹ ਦੱਸਣਾ ਕਿ ਪੰਜਾਬੀ ਵਿੱਚ 10 ਸਵਰ ਨੇ। ਜੇ ਤੁਹਾਥੋਂ ਊੜਾ ਆੜਾ ਈੜੀ ਤਿੰਨੇ ਪੁੱਛਿਆ ਤੇ ਇਟ ਮੀਨਸ ਇਹ ਸਵਰ ਨਹੀਂ ਪੁੱਛ ਰਿਹਾ ਤੁਹਾਡੇ ਕੋਲੋਂ ਪੁੱਛ ਰਿਹਾ ਸਵਰ ਵਾਹਕ ਨੇ ਜਸਟ ਇਸ ਕਰਕੇ ਤੁਸੀਂ ਜਿਹੜਾ ਹੈਗਾ ਇੱਥੇ ਸਵਰ ਵਾਹਕ ਦੱਸਣਾ ਇਹ ਸਵਰਾਂ ਦੇ ਵਾਹਕ ਨੇ ਤਿੰਨੇ ਔਰ ਇਹਨਾਂ ਤੋਂ ਮਾਤਰਾ ਦੇ ਆਧਾਰ ਦੇ ਉੱਪਰ ਜਿਹੜੇ ਅੱਗੇ 7 ਸਵਰ ਬਣ ਜਾਂਦੇ ਜਿਨ੍ਹਾਂ ਨੂੰ ਤੁਸੀਂ ਕੌਨਸੋਨੈਂਟਸ ਦੇ ਨਾਲ ਅੰਕਿਤ ਕਰਕੇ ਸ਼ਬਦ ਦੇ ਵਿੱਚ ਪਾਉਣੇ ਹੈਗੇ ਹੋ। ਮਕਤਾ ਦੀ ਵਰਤੋਂ ਕਿਸ ਵਿੱਚ ਹੁੰਦੀ ਹੈ? ਮਕਤਾ ਜਿਹੜਾ ਹੁੰਦਾ ਹੈਗਾ ਮੂਲ ਰੂਪ ਦੇ ਵਿੱਚ ਇਹਦੀ ਵਰਤੋਂ ਉਹ ਪੁੱਛਦਾ ਕਿਹੜੀ ਚੀਜ਼ ਦੇ ਵਿੱਚ ਹੋ ਹੁੰਦੀ ਹੈਗੀ ਆ। ਮਕਤਾ ਸ਼ੇਅਰ ਦੀ ਲਾਈਨ ਦਾ ਨਾਂ ਹੁੰਦਾ ਅਸਲ ਦੇ ਵਿੱਚ ਇੱਕ ਸ਼ੇਅਰ ਬੋਲਦੇ ਨੇ ਨਾ ਉਹਦੀ ਲਾਈਨ ਦਾ ਨਾਂ ਹੁੰਦਾ ਹੈਗਾ ਜਿਹੜੀ ਤਾਂ ਸ਼ੇਅਰ ਦੀ ਪਹਿਲੀ ਲਾਈਨ ਹੁੰਦੀ ਹੈਗੀ ਹੈ ਸ਼ੇਅਰ ਦੀ ਪਹਿਲੀ ਲਾਈਨ ਹੈਗੀ ਹੈ ਜਿਹੜੀ ਉਹਨੂੰ ਕਹਿੰਦੇ ਨੇ ਮਤਲਾ ਉਹਨੂੰ ਕੀ ਕਹਿੰਦੇ ਨੇ ਮਤਲਾ ਤੇ ਸ਼ੇਅਰ ਦੀ ਜਿਹੜੀ ਲਾਸਟ ਦੀ ਲਾਈਨ ਹੁੰਦੀ ਹੈ ਇਹਦੀ ਆਖਰੀ ਲਾਈਨ ਹੁੰਦੀ ਜਾਂ ਦੂਜੀ ਲਾਈਨ ਹੁੰਦੀ ਉਹਨੂੰ ਕਹਿੰਦੇ ਨੇ ਮਕਤਾ। ਪਹਿਲੀ ਲਾਈਨ ਮਤਲਾ ਤੇ ਲਾਸਟ ਵਾਲੀ ਲਾਈਨ ਮਕਤਾ ਤੇ ਸ਼ੇਅਰਾਂ ਦੀ ਵਰਤੋਂ ਇਹਦੇ ਵਿੱਚ ਕਿਹੜੀ ਚੀਜ਼ ਇੱਥੇ ਉਹ ਪੁੱਛਦਾ ਹੈ ਕਿ ਕਿਸ ਵਿੱਚ ਹੁੰਦੀ ਹੈ। ਹੁਣ ਇੱਥੇ ਲਿਖਿਆ ਸ਼ੇਅਰ ਹੀ ਆ ਉਹਨੇ ਇੱਥੇ ਸ਼ੇਅਰ ਲਿਖਿਆ ਹੋਇਆ ਹੈ ਇੱਥੇ ਤੁਸੀਂ ਟਪਲਾ ਨਹੀਂ ਖਾਣਾਗਾ ਕਿਉਂਕਿ ਪਹਿਲੀ ਲਾਈਨ ਜਿਹੜੇ ਸ਼ੇਅਰ ਪਹਿਲੇ ਸ਼ੇਅਰ ਹੁੰਦੇ ਨੇ ਉਹ ਮਤਲਾ ਹੁੰਦਾ ਤੇ ਲਾਸਟ ਵਾਲੀ ਮਕਤਾ ਹੁੰਦੀ ਹੈ ਤੇ ਸ਼ੇਅਰਾਂ ਦੀ ਵਰਤੋਂ ਕਿਸ ਚੀਜ਼ ਦੇ ਵਿੱਚ ਹੁੰਦੀ ਹੈਗੀ ਆ ਉਹ ਗਜ਼ਲ ਦੇ ਵਿੱਚ। ਇਹਨਾਂ ਚੀਜ਼ਾਂ ਨੂੰ ਜਦੋਂ ਜਿਹੜਾ ਹੈਗਾ ਉਹ ਕੀਤਾ ਜਾਂਦਾ ਹੈਗਾ ਵਾ ਆਪਣਾ ਇਹਦੇ ਸੰਦਰਭ ਦੇ ਵਿੱਚ ਅਧਿਐਨ ਕੀਤਾ ਜਾਂਦਾ ਉਹ ਗਜ਼ਲ ਦੇ ਕੰਟੈਕਸਟ ਦੇ ਵਿੱਚ ਰੱਖ ਕੇ ਕੀਤਾ ਜਾਂਦਾ ਇਸ ਕਰਕੇ ਹੁੰਦੀ ਵਰਤੋਂ ਇਹਨਾਂ ਦੀ ਸ਼ੇਅਰ ਦੇ ਵਿੱਚ ਹੈ ਮਕਤਾ ਦੀ ਵਰਤੋਂ ਸ਼ੇਅਰ ਦੇ ਵਿੱਚ ਹੁੰਦੀ ਹੈਗੀ ਇਹਦੇ ਵਿੱਚ ਕੋਈ ਦੂਜੀ ਰਾਏ ਨਹੀਂ ਹੈ ਕਿੰਤੂ ਸ਼ੇਅਰ ਕਿਹੜੇ ਕੰਟੈਕਸਟ ਦੇ ਵਿੱਚ ਵਰਤਿਆ ਜਾਂਦਾ ਉਹ ਗਜ਼ਲ ਦੇ ਸੰਦਰਭ ਦੇ ਵਿੱਚ ਵਰਤਿਆ ਜਾਂਦਾ ਇਸ ਕਰਕੇ ਤੁਸੀਂ ਜਿਹੜਾ ਹੈਗਾ ਉਹ ਗਜ਼ਲ ਨੂੰ ਹੀ ਇੱਥੇ ਜਿਹੜਾ ਟਿਕ ਕਰਨਾ ਹੈ ਨਾ ਕਿ ਸ਼ੇਅਰ ਨੂੰ। ਹਾਲਾਂਕਿ ਵਰਤੋਂ ਮੈਂ ਫਿਰ ਦੂਰੀ ਵਾਰ ਦੁਹਰਾ ਦਿਆਂ ਕਿ ਵਰਤੋਂ ਦੀ ਸ਼ੇਅਰ ਦੇ ਵਿੱਚ ਹੁੰਦੀ ਹੈਗੀ ਸ਼ੇਅਰਾਂ ਤੋਂ ਹੀ ਅੱਗੇ ਗਜ਼ਲ ਬਣਦੀ ਹੈ ਪਰ ਮਕਤਾ ਨੂੰ ਜਦੋਂ ਤੁਹਾਡੇ ਕੋਲ ਉਹਨੇ ਪੁੱਛਿਆ ਹੈਗਾ ਇਹਨੂੰ ਤੁਸੀਂ ਗਜ਼ਲ ਦੇ ਕੰਟੈਕਸਟ ਦੇ ਵਿੱਚ ਹੀ ਦੱਸਣਾ ਹੈਗਾ ਇਸ ਕਰਕੇ ਇਹਦੀ ਵਰਤੋਂ ਗਜ਼ਲ ਦੇ ਵਿੱਚ ਹੁੰਦੀ ਹੈਗੀ ਹੈ। ਸਾਡਾ ਲਾਸਟ ਵਾਲਾ ਆਪਸ਼ਨ ਇੱਥੇ ਆਏਗਾ ਤੇ ਜਿਹੜੇ ਸ਼ੇਅਰ ਹੁੰਦੇ ਨੇ ਸ਼ੇਅਰਾਂ ਤੋਂ ਗਜ਼ਲ ਬਣਦੀ ਹੈ ਤੇ ਗਜ਼ਲਾਂ ਦਾ ਇਕੱਠ ਅੱਗੇ ਜਾ ਕਰਕੇ ਦੀਵਾਨ ਬਣ ਜਾਂਦਾ ਹੈਗਾ ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ। ਬਣਤਰ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੇ ਜਿਹੜੇ ਵਾਕ ਨੇ ਉਹ ਕਿੰਨੀ ਤਰ੍ਹਾਂ ਦੇ ਹੁੰਦੇ ਨੇ? ਬਣਤਰ ਤੋਂ ਭਾਵ ਕੀ ਹੈ ਉਹਦੇ ਸਟਰਕਚਰ ਜਾਂ ਸੰਰਚਨਾ ਦੇ ਆਧਾਰ ਤੇ ਪੁੱਛ ਰਿਹਾ ਹੈਗਾ। ਵਾਕਾਂ ਨੂੰ ਪੰਜਾਬੀ ਦੇ ਵਾਕਾਂ ਨੂੰ ਮੂਲ ਰੂਪ ਦੇ ਵਿੱਚ ਤੁਸੀਂ ਦੋ ਪੱਧਰਾਂ ਦੇ ਉੱਪਰ ਪੇਸ਼ ਕਰਨਾ ਹੈਗਾ। ਇੱਕ ਹੈਗਾ ਹੁਣ ਵਾਕ ਦੇਖਿਆ ਸੀ ਇੱਕ ਹੈ ਉਹਦੀ ਬਣਤਰ ਦੂਸਰਾ ਹੈ ਕਾਰਜ।
ਜੇਕਰ ਟੈਕਨੀਕਲ ਵਰਡਸ ਦੇ ਵਿੱਚ ਕਹੀਏ, ਤਕਨੀਕੀ ਸ਼ਬਦਾਂ ਦੇ ਵਿੱਚ ਕਹੀਏ, ਤੇ ਇਹ ਹੈਗਾ ਥਿਓਰੈਟੀਕਲ, ਜਿਹੜੀ ਬਣਤਰ ਹੈਗੀ ਹੈ ਜਾਂ ਸਟਰਕਚਰ ਹੈਗਾ ਉਹਦਾ ਥਿਓਰੈਟੀਕਲ ਪੱਖ ਹੈਗਾ, ਤੇ ਜਿਹੜਾ ਕਾਰਜ ਹੈਗਾ ਇਹ ਇਹਦਾ ਫੰਕਸ਼ਨਲ ਪੱਖ ਹੈਗਾ, ਜਾਂ ਇਹਦਾ ਜਿਹੜਾ ਹੈਗਾ ਪ੍ਰੈਕਟੀਕਲ ਪੱਖ ਹੈਗਾ, ਇਹਦਾ ਪ੍ਰਯੋਗਾਤਮਕ ਪੱਖ ਹੈ। ਤੇ ਸਾਡੇ ਕੋਲ ਉਹਨੇ ਵਾਕ ਪੁੱਛੇ ਕਿ ਕਿੰਨੇ ਤਰ੍ਹਾਂ ਦੇ ਹੁੰਦੇ, ਇਹ ਅਸੀਂ ਦੱਸਣੇ ਅੱਜ ਬਣਤਰ ਦੇ ਆਧਾਰ ਦੇ ਉੱਪਰ, ਇਹਦੇ ਸਟਰਕਚਰ ਦੇ ਆਧਾਰ ਤੇ। ਸਟਰਕਚਰ ਦੇ ਆਧਾਰ ਤੇ ਪੰਜਾਬੀ ਦੇ ਵਿੱਚ 3 ਤਰ੍ਹਾਂ ਦੇ ਵਾਕ ਹੁੰਦੇ ਨੇ। ਇੱਕ ਵਾਕ ਹੁੰਦਾ ਹੈਗਾ ਸਾਧਾਰਨ, ਦੂਸਰੀ ਕਿਸਮ ਹੁੰਦੀ ਹੈਗੀ ਆ ਸੰਯੁਕਤ, ਤੇ ਤੀਜੀ ਕਿਸਮ ਜਿਹੜੀ ਹੁੰਦੀ ਹੈ ਉਹਨੂੰ ਕਹਿੰਦੇ ਨੇ ਮਿਸ਼ਰਤ। ਇੱਕ ਚੀਜ਼ ਯਾਦ ਰੱਖਣੀ ਹੈਗੀ ਆ, ਇਹਨਾਂ ਦਾ ਸੰਬੰਧ, ਜਿਹੜੀ ਇਹਦੀ ਬਣਤਰ ਹੈਗੀ ਆ, ਬਣਤਰ ਦਾ ਸੰਬੰਧ ਕਲੌਜ਼ ਦੇ ਨਾਲ ਹੁੰਦਾ, ਉਪਵਾਕ ਦੇ ਨਾਲ ਹੁੰਦਾ। ਇੱਥੇ ਤਾਂ ਤੁਹਾਡਾ ਆਨਸਰ ਇਹ ਆਏਗਾ ਪਹਿਲਾ, ਇਹ ਜਿਹਦੇ ਵਿੱਚ ਇੱਕ ਹੀ ਉਪਵਾਕ ਵਿਚਰਦਾ ਹੈਗਾ, ਸਵੈ-ਅਧੀਨ ਉਹ ਸਧਾਰਨ ਹੁੰਦਾ ਹੈ। ਜਿਹਦੇ ਵਿੱਚ 2 ਸਵੈ-ਅਧੀਨ ਉਪਵਾਕਾਂ ਨੂੰ ਸਮਾਨ ਯੋਜਕ ਦੀ ਮਦਦ ਦੇ ਨਾਲ ਜੋੜ ਦਿੱਤਾ ਜਾਂਦਾ ਹੈ, ਉੱਥੇ ਸੰਯੁਕਤ ਵਾਕ ਹੁੰਦਾ ਹੈ। ਔਰ ਜਿੱਥੇ ਅਧੀਨ ਯੋਜਕ ਦੀ ਮਦਦ ਦੇ ਨਾਲ ਇੱਕ ਸਵੈ-ਅਧੀਨ ਉਪਵਾਕ ਨੂੰ ਤੇ ਇੱਕ ਪਰਾਧੀਨ ਉਪਵਾਕ ਨੂੰ ਜੋੜ ਦਿੱਤਾ ਜਾਂਦਾ ਹੈ, ਉੱਥੇ ਤੁਹਾਡਾ ਮਿਸ਼ਰਤ ਵਾਕ ਹੁੰਦਾ। ਇਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਕ੍ਰਮਵਾਰ ਸਿੰਪਲ, ਕੰਪਾਊਂਡ ਐਂਡ ਕੰਪਲੈਕਸ ਸੈਂਟੈਂਸ ਆਖਿਆ ਜਾਂਦਾ ਹੈਗਾ। ਇਸ ਕਰਕੇ ਇਹਦੀਆਂ 3 ਕਿਸਮਾਂ ਹੁੰਦੀਆਂ, ਇਹਦੇ ਥਿਓਰੈਟੀਕਲ ਪੱਖ ਤੋਂ, ਜਾਂ ਬਣਤਰ ਦੇ ਪੱਖ ਤੋਂ, ਜਾਂ ਸਟਰਕਚਰ ਦੇ ਪੱਖ ਤੋਂ। ਇਹ ਯਾਦ ਰੱਖਣਾ ਹੈਗਾ। ਇੰਨੀ ਨਿੱਕੀ ਜੰਗੀਏ ਥਲ ਡੂਗਰ ਭਵਿਓਮ ਵਿੱਚ ਜੰਗੀਏ ਸ਼ਬਦ ਪੰਜਾਬੀ ਦੀ ਕਿਸ ਉਪਭਾਸ਼ਾ ਦਾ ਹੈ? ਜੰਗੀਏ ਦਾ ਅਰਥ ਹੁੰਦਾ ਹੈ ਲੱਤਾਂ। ਜੰਗੀਏ ਆਖਿਆ ਜਾਂਦਾ ਲੱਤਾਂ ਨੂੰ, ਲੱਤਾਂ। ਇਹ ਫਰੀਦ ਸਾਹਿਬ ਦਾ ਸ਼ਲੋਕ ਹੈ ਕਿ ਇਹਨਾਂ ਨਿੱਕੀਆਂ ਲੱਤਾਂ ਨਾਲ ਜਿਹੜਾ ਹੈਗਾ ਮੈਂ ਥਲ ਡੂਗਰ, ਥਲ ਜਲ, ਡੂਗਰ ਹੁੰਦਾ ਜਲ, ਥਲ ਜਲ ਸਾਰਾ ਕੁਝ ਹੀ ਘੁੰਮਿਆ ਹੈਗਾ। ਤਾਂ ਇਹ ਫਰੀਦ ਸਾਹਿਬ ਦਾ ਸਪਸ਼ਟੀ ਹੈ ਸੰਬੰਧ ਕਿਹਦੇ ਨਾਲ ਹੈਗਾ? ਮੁਲਤਾਨੀ ਦੇ ਨਾਲ, ਕਿਉਂਕਿ ਉਹਨਾਂ ਦੀ ਭਾਸ਼ਾ ਦੇ ਵਿੱਚ ਮੁਲਤਾਨੀ ਰੰਗ ਮਿਲਦਾ ਹੈਗਾ। ਤੇ ਜਿਹੜਾ ਜੰਗੀਏ ਸ਼ਬਦ ਹੈਗਾ ਇੱਥੇ, ਇਹ ਕਿਹੜੀ ਭਾਸ਼ਾ ਦਾ? 3 ਸਾਡੇ ਕੋਲੇ ਉਹਨਾਂ ਨੇ ਡਾਇਲੈਕਟ ਦੱਸੀਆਂ ਹੈਗੀਆਂ ਨੇ, ਮਲਵਈ ਹੈ, ਡੋਗਰੀ ਹੈ, ਮੁਲਤਾਨੀ ਹੈ, ਜਾਂ ਸਰਾਇਕੀ ਹੈ। ਤਾਂ ਅਸੀਂ ਇੱਥੇ ਜਿਹੜਾ ਹੈਗਾ ਸਹੀ ਕਰਾਂਗੇ ਮੁਲਤਾਨੀ ਨੂੰ। ਇਹ ਮੁਲਤਾਨੀ ਉਪਭਾਸ਼ਾ ਦਾ ਵਰਡ ਹੈਗਾ ਵਾ, ਔਰ ਫਰੀਦ ਬਾਣੀ ਦੇ ਵਿੱਚੋਂ ਲਿਆ ਗਿਆ ਹੈ। जोग जुगत की वार्ता दा करता है, ਸਾਡੇ ਕੋਲ ਇੱਥੇ ਇਹ ਨਾਵਲ ਦੀ ਕੰਟੈਕਸਟ ਦੇ ਵਿੱਚ ਵਰਤਿਆ ਗਿਆ ਹੈਗਾ, ਉਸ ਸੰਦਰਭ ਦੇ ਵਿੱਚ ਲਿਆ ਗਿਆ ਹੈ। ਔਰ ਸਾਡੇ ਕੋਲੇ 4 ਜਿਹੜੇ ਇੱਥੇ ਬੰਦੇ ਮੂਲ ਰੂਪ ਦੇ ਵਿੱਚ ਜਿਹੜੇ ਸਮੀਖਿਆਕਾਰ ਹੈਗੇ ਨੇ, ਡਾਕਟਰ ਰਣਧੀਰ ਸਿੰਘ, ਪ੍ਰਿੰਸੀਪਲ ਰਣਧੀਰ ਸਿੰਘ ਚੰਦ ਹੈਗੇ ਨੇ, ਜੋਗਿੰਦਰ ਸਿੰਘ ਰਾਹੀ ਨੇ, ਡਾਕਟਰ ਜਗਬੀਰ ਸਿੰਘ ਨੇ, ਔਰ ਡਾਕਟਰ ਸਤਿੰਦਰ ਸਿੰਘ ਨੂਰ ਨੇ, ਦਿੱਲੀ ਯੂਨੀਵਰਸਿਟੀ ਵਾਲੇ। ਤਾਂ ਇਹ ਜਿਹੜੀ ਕਿਤਾਬ ਹੈਗੀ ਆ, ਇਹ ਡਾਕਟਰ ਜੋਗਿੰਦਰ ਸਿੰਘ ਰਾਹੀ ਦੀ ਕਿਤਾਬ ਹੈਗੀ ਹੈ। ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ GNDU ਦੇ ਵਿੱਚ ਪ੍ਰੋਫੈਸਰ ਦੇ ਪਦ ਤੋਂ ਰਿਟਾਇਰ ਹੋਏ ਨਾ, ਉਹਨਾਂ ਦੀ ਇਹ ਕਿਤਾਬ ਹੈਗੀ ਹੈ ਜੋਗਿੰਦਰ ਸਿੰਘ ਰਾਹੀ ਦੀ, ਔਰ ਅਨੁਸ਼ਾਸਨ ਫਿਕਸ਼ਨ ਦੇ ਨਾਲ ਜਿਹੜਾ ਇਹਦਾ ਸੰਬੰਧ ਹੈਗਾ। ਇਸ ਕਰਕੇ ਸਾਡਾ ਆਪਸ਼ਨ ਜਿਹੜਾ ਹੈਗਾ ਇੱਥੇ ਅਸੀਂ ਆੜੇ ਨੂੰ ਟਿਕ ਕਰਨਾ ਹੈਗਾ। ਪੰਜਾਬੀ ਕੋਸ਼ਕਾਰੀ ਦਾ ਲੇਖਕ ਹੈ, ਇੱਥੇ ਸਾਡੇ ਕੋਲ ਜਿਹੜਾ ਹੈਗਾ ਵਰਿੰਦਰ ਵਾਲੀਆ ਹੈਗਾ। ਵਰਿੰਦਰ ਵਾਲੀਆ ਜਿਹੜਾ ਹੈਗਾ ਇਹ ਮੂਲ ਰੂਪ ਦੇ ਵਿੱਚ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਰਿਹਾ ਬੰਦਾ, ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਰਿਹਾ ਹੈ। ਉਸ ਤੋਂ ਬਾਅਦ ਦੇ ਵਿੱਚ ਆ ਗਿਆ ਨਵਰਤਨ ਕਪੂਰ, ਔਰ ਫਿਰ ਉਸ ਤੋਂ ਬਾਅਦ ਨਰਿੰਦਰ ਸਿੰਘ ਕਪੂਰ ਆ ਗਏ, ਜਿਹੜੇ ਪੰਜਾਬੀ ਯੂਨੀਵਰਸਿਟੀ 'ਚ ਪ੍ਰੋਫੈਸਰ ਰਹੇ ਨੇ। ਮਸ਼ਹੂਰ ਕਿਤਾਬਾਂ ਇਹਨਾਂ ਦੀਆਂ ਖਿੜਕੀਆਂ, ਤੇ ਇੱਕ ਇਹਨਾਂ ਦੀ ਕਿਤਾਬ ਦਾ ਨਾਂ ਹੈਗਾ ਡੂੰਘੀਆਂ ਸਿਖਰਾਂ। ਬੜੀਆਂ ਚੰਗੀਆਂ ਕਿਤਾਬਾਂ ਲਿਖੀਆਂ ਨੇ ਇਹਨਾਂ ਨੇ ਇਸ ਸੰਦਰਭ ਦੇ ਵਿੱਚ। ਉਸ ਤੋਂ ਬਾਅਦ ਹਰਵੀਰ ਸਿੰਘ ਭੰਵਰ ਹੈ। ਤਾਂ ਸਾਡਾ ਇਹਨਾਂ ਦੇ ਵਿੱਚੋਂ 4 ਦੇ ਵਿੱਚੋਂ ਜਿਹੜਾ ਸਹੀ ਹੈਗਾ ਉਹ ਹੈ ਨਵਰਤਨ ਕਪੂਰ। ਨਵਰਤਨ ਕਪੂਰ ਮੂਲ ਰੂਪ ਦੇ ਵਿੱਚ ਹਿੰਦੀ ਦੇ ਪ੍ਰੋਫੈਸਰ ਰਹੇ ਨੇ ਮਹਿੰਦਰਾ ਕਾਲਜ ਪਟਿਆਲਾ ਦੇ ਵਿੱਚ। ਹਿੰਦੀ ਦੇ ਪ੍ਰੋਫੈਸਰ ਨੇ ਇਹ ਸੀਗੇ ਮਹਿੰਦਰਾ ਕਾਲਜ ਪਟਿਆਲਾ, ਔਰ ਇਹਨਾਂ ਦੀ PhD ਸੀਗੀ ਜਿਹੜੀ ਉਹ ਹੈ BHU ਤੋਂ, ਬਨਾਰਸ ਹਿੰਦੂ ਯੂਨੀਵਰਸਿਟੀ ਵਾਰਾਣਸੀ ਤੋਂ। ਵਾਰਾਣਸੀ ਤੋਂ PhD ਸੀਗੇ, ਔਰ ਹਿੰਦੀ ਦੇ ਪ੍ਰੋਫੈਸਰ ਸੀ ਮਹਿੰਦਰਾ ਕਾਲਜ ਪਟਿਆਲਾ ਦੇ ਵਿੱਚ। ਇਹਨਾਂ ਦੀ ਕਿਤਾਬ ਹੈ ਪੰਜਾਬੀ ਕੋਸ਼ਕਾਰੀ। ਕੋਸ਼ਕਾਰੀ ਨੂੰ ਅੰਗਰੇਜ਼ੀ ਦੇ ਵਿੱਚ ਲੈਕਸੀਕੋਗ੍ਰਾਫੀ ਕਹਿੰਦੇ ਨੇ, ਜਿਹਦੇ ਵਿੱਚ ਕੋਸ਼ ਸੰਬੰਧੀ ਸਿਧਾਂਤਾਂ ਦਾ ਨਿਰਧਾਰਨ ਕੀਤਾ ਜਾਂਦਾ ਹੈਗਾ। ਕੋਸ਼ ਸੰਬੰਧੀ ਸਿਧਾਂਤਾਂ ਦਾ ਜਿਹੜਾ ਹੈਗਾ ਵਿਵੰਜਨਾ ਕੀਤੀ ਜਾਂਦੀ ਹੈ ਲੈਕਸੀਕੋਗ੍ਰਾਫੀ ਦੇ ਵਿੱਚ। ਪੰਜਾਬੀ ਜੰਗਨਾਮਾ ਸਾਹਿਤ ਸੰਦਰਭ ਕੋਸ਼ ਦਾ ਕਰਤਾ ਹੈ। ਇੱਥੇ ਸਾਡੇ ਕੋਲ ਜਿਹੜੇ ਹੈਗੇ ਨੇ ਉਹ 4 ਆਪਸ਼ਨਸ ਨੇ। तो डॉक्टर रतन सिंह जग्गी है, डॉक्टर गुरदेव सिंह ने, डॉक्टर जीत सिंह शीतल ने, ਜਾਂ ਸਤਿੰਦਰ ਸਿੰਘ ਨੂਰ ਹੈਗੇ ਨੇ। ਸਤਿੰਦਰ ਸਿੰਘ ਨੂਰ ਮੂਲ ਰੂਪ ਦੇ ਵਿੱਚ ਜਿਹੜੇ ਹੈਗੇ ਨੇ
इस फील्ड दे विच उन्हां ने काम नहीं कीता। और बंदे साडे कोल रह गए ने उपर वाले 3। इन्हां विचों जिहड़ा हैगा जंगनामा ਸਾਹਿਤ संदर्भ कोश है जिहड़ा ਉਹ डॉक्टर गुरदेव सिंह दा है। ਇਹ डॉक्टर गुरदेव सिंह ने पंजाबी यूनिवर्सिटी के पंजाबी विभाग के हैड रहे ने और डॉक्टर परमजीत सिंह सिद्धू दे ये फादर ने। परमजीत सिंह सिद्धू अमृतसर यूनिवर्सिटी वाले हैगे ने जिहड़े मानव विज्ञान भाषा विज्ञान वाले, उन्हां दे फादर ने। और उन्हां दी एक किताब हैगी है गुरदेव सिंह दी पंजाबी जंगनामा ਸਾਹਿਤ संदर्भ कोश, ये किताब उन्हां दी है। कविता है आवेश है, भाव है कि एक आवेश के तौर पर होंदी है, नाजल होंदी है, जां एक अवेग है, एक वेग दे विच आउंदी हैगी है, जां सिरजना है, जां सुचेत कला है। तो मूल रूप दे विच प्रथम की हैगा कविता आवेश सारियां नूं हो जांदा हैगा। ये नहीं गल कि किसी नूं आवेश नहीं हुंदा, आवेश हुंदा है, आवेग भी आ जांदा मन दे विच, भावां दा उथल पुथल हुंदी हैगी हरेक दे विच, पर कविता नूं हरेक नहीं सिरज सकदा। इस करके कविता एक सिरजना हुंदी हैगी है। जो हरेक बंदा जिहड़ा हैगा वो किसी भी ਸਾਹਿਤ ਦੀ ਜਿਹੜੀ ਹੈਗੀ ਆ ਕੋਟੀ है ਉਹਨੂੰ ਸਿਰਜਣ ਦੀ क्षमता नहीं रखता, ਭਾਵੇਂ ਉਹਨੂੰ ਆਵੇਸ਼ ਹੁੰਦਾ ਹੈਗਾ, ਉਹਦੇ ਕੋਲੇ ਸ਼ਬਦ ਹੀ ਨਹੀਂ ਹੁੰਦੇ ਹੈਗੇ ਉਹਨੂੰ ਐਕਸਪਲੇਨ ਕਰਨ ਵਾਲੇ, ਭਾਵੇਂ ਉਹ ਕਿੰਨਾ ਵੀ ਪੜਿਆ ਹੋਵੇ। ਇਹ ਨਹੀਂ ਹੈਗਾ ਜ਼ਰੂਰੀ ਕਿ ਕੋਈ ਬਹੁਤ ਜ਼ਿਆਦਾ ਪੜਿਆ ਹੈਗਾ, ਕੋਈ ਡਾਕਟਰੇਟ ਹੈ ਤੇ ਉਹ ਕਵਿਤਾ ਲਿਖ ਦੂ ਜਾਂ ਕਹਾਣੀ ਲਿਖ ਦੂ। ਸੋ ਇਸ ਸੰਦਰਭ ਦੇ ਵਿੱਚ ਅਸੀਂ ਜੇ ਗੱਲ ਕਰੀਏ ਤੇ ਨਾਨਕ ਸਿੰਘ ਹਰਗੇ ਹੈਗੇ ਨੇ ਜਾਂ ਸ਼ਿਵ ਕੁਮਾਰ ਬਟਾਲਵੀ ਹਰੇ ਕਿੰਨਾ ਕੁ ਪੜ੍ਹੇ ਸੀਗੇ, तो अमृता प्रीतम किन्ना क पढ़ी सी। ये एक सिरजना है मूल रूप दे विच, कविता जिहड़ी सिरजी जांदी हैगी है वो उसका जिहड़ा हैगा वो एक कला है और उस कला दा सिरजक जिहड़ा हुंदा सिरजणारा हुंदा हैगा वो विशिष्ट गुणां दा धारनी हुंदा हैगा। इस करके कविता नूं एक असीं सिरजना कहांगे, कविता एक सिरजना हुंदी है, वो सिरजी जांदी हैगी है। ਸਾਹਿਤ ਅਧਿਐਨ ਆਸ਼ਰਿਤ ਹੈ। ਆਸ਼ਰਿਤ ਤੋਂ ਭਾਵ ਕੀ ਹੈ ਕਿ ਸਾਹਿਤ ਅਧਿਐਨ ਕਿਹਦੇ ਤੇ ਆਧਾਰਿਤ ਹੈ, ਕਿਹੜੇ ਸੰਦਰਭ ਦੇ ਵਿੱਚ ਜਿਹੜਾ ਹੈਗਾ ਉਹ ਉਹਦਾ ਆਸਰਾ ਕੀ ਹੁੰਦਾ, ਕਿਹਦੇ ਕੰਟੈਕਸਟ ਦੇ ਵਿੱਚ ਰੱਖ ਕੇ ਜਿਹੜਾ ਆਪਣਾ ਉਹ ਕੰਮ ਕਰਦਾ ਹੈ। ਸੱਭਿਆਚਾਰ ਉੱਤੇ ਸਾਹਿਤ ਦਾ ਅਧਿਐਨ ਸੱਭਿਆਚਾਰ ਦੇ ਪੱਧਰ ਤੇ ਨਹੀਂ ਕੀਤਾ ਜਾਂਦਾ, ਇਸ ਕਰਕੇ ਗਲਤ ਹੈ। ਉਸ ਤੋਂ ਬਾਅਦ ਦੇ ਵਿੱਚ ਦਰਸ਼ਨ ਤੇ ਕੋਈ ਵੀ ਫਿਲਾਸਫੀ ਜਿਹੜੀ ਹੈਗੀ ਆ, ਕੋਈ ਦਾਰਸ਼ਨਿਕ ਸਿਧਾਂਤ ਹੈਗੇ ਆ, ਉਹ ਸਾਹਿਤ ਦੇ ਅਧਿਐਨ ਦੀ ਸੀਮਾ ਨੂੰ ਨਿਸ਼ਚਿਤ ਨਹੀਂ ਕਰਦੇ। कोई भी दर्शन जिहड़ा हैगा वो साहित्य दी अध्ययन की सीमा दे उपर जिहड़ा हैगा वो लागू नहीं हुंदा हैगा, इस करके ये भी इत्थे नहीं हैगा। लास्ट ते मनोविग्यान है, मनोविग्यान दे पहलू भी साहित्य दा निर्धारण अध्ययन दा निर्धारण नहीं करदा। ये की हैगा पोएटिक्स उत्ते काव्य शास्त्री जिहड़े नियम हैगे ने वो साहित्य अध्ययन नूं निर्धारण करदे ने। पोएटिक्स दे नियम ने, काव्य दे नियम ने, उदाहरण वजों तुसीं ਭਾਰਤੀ ਕਾਵਿ ਸ਼ਾਸਤਰ ਨੂੰ ਲੈ ਲਓ ਤੇ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਜਦੋਂ ਤੁਸੀਂ ਕਾਵਿ ਦਾ ਅਧਿਐਨ ਕਰੋਗੇ ਤੇ ਉਹਦੇ ਵਿੱਚ ਅਲੰਕਾਰ, ਰੀਤੀ, ਰਸ, ਅਚੁੱਤਿਆ ਔਰ ਵਕਰੋਕਤੀ, ਇਹਨਾਂ ਦੇ ਕੰਟੈਕਸਟ ਦੇ ਵਿੱਚ ਕਾਵਿ ਸ਼ਾਸਤਰੀ ਸਿਧਾਂਤਾਂ ਦੇ ਕੰਟੈਕਸਟ ਦੇ ਵਿੱਚ ਤੁਸੀਂ ਜਿਹੜਾ ਹੈਗਾ ਆਪਣੇ ਨੂੰ ਕਾਵਿ ਦਾ ਜਾਂ ਤੁਸੀਂ ਨਾਟਕ ਦਾ ਜਾਂ ਫਿਰ ਤੁਸੀਂ ਕਿਸੇ ਵੀ ਵਿਧਾ ਦਾ ਅਧਿਐਨ ਉਸੇ ਪੱਖ ਤੋਂ ਕਰੋਗੇ। तो इस करके जिहड़ा हैगा ਸਾਹਿਤ ਅਧਿਐਨ ਜਿਹੜਾ ਹੁੰਦਾ ਉਹ ਕਾਵਿ ਸ਼ਾਸਤਰੀ ਨਿਯਮਾਂ ਦੇ ਉੱਪਰ ਆਧਾਰਿਤ ਹੁੰਦਾ ਹੈ। ਇਹ ਨਿਯਮ ਜਿਹੜੇ ਹੈਗੇ ਨੇ ਉਹੀ ਇਹਨੂੰ ਐਕਸਪਲੇਨ ਕਰਦੇ ਨੇ ਸਾਹਿਤ ਨੂੰ। ਸਾਹਿਤ ਦਾ ਪ੍ਰਯੋਜਨ ਕੀ ਹੈ? ਸਾਹਿਤ ਦਾ ਪਹਿਲਾ ਪ੍ਰਯੋਜਨ ਹੁੰਦਾ ਉਹਦਾ ਕੰਮ। ਸਾਹਿਤ ਦਾ ਕੰਮ ਕੀ ਹੈਗਾ, ਉਹਨੇ ਕਰਨਾ ਕੀ ਹੁੰਦਾ ਹੈਗਾ। ਤਾਂ ਸਾਹਿਤ ਦਾ ਕੰਮ ਕੀ ਹੁੰਦਾ ਹੈਗਾ? ਸਭ ਤੋਂ ਪਹਿਲਾ ਕੰਮ ਹੁੰਦਾ ਸਾਹਿਤ ਦਾ ਉਹ ਹੁੰਦਾ ਸੋਹਜ। ਸੋਹਜ ਜਿਹੜਾ ਹੈ ਔਰ ਆਨੰਦ ਦੀ ਰਸ ਦੀ ਅਨੁਭੂਤੀ ਕਰਾਉਣਾ ਸਾਹਿਤ ਦਾ ਪ੍ਰਯੋਜਨ ਹੁੰਦਾ। ਗਿਆਨ, ਸੰਚਾਰ ਤੇ ਸੂਚਨਾ ਬਾਅਦ ਦੀਆਂ ਗੱਲਾਂ ਨੇ, ਪਹਿਲਾਂ ਉਹ ਸੋਹਜ ਨਾਲ ਮਨੁੱਖੀ ਆਤਮਾ ਨੂੰ ਜਿਹੜਾ ਹੈਗਾ ਤ੍ਰਿਪਤ ਕਰਦਾ। ਜਦੋਂ ਤੁਸੀਂ ਕੋਈ ਕਹਾਣੀ ਪੜ੍ਹਦੇ ਹੋ, ਕੋਈ ਨਾਵਲ ਪੜ੍ਹਦੇ ਹੋ ਜਾਂ ਕੋਈ ਕਾਵਿ ਨੂੰ ਪੜ੍ਹਦੇ ਹੋ ਤੇ ਉਹਦੇ ਵਿੱਚੋਂ ਤੁਹਾਨੂੰ ਇੱਕ ਖਾਸ ਪ੍ਰਕਾਰ ਦਾ ਲੌਕਿਕ ਸੋਹਜ ਪ੍ਰਾਪਤ ਹੁੰਦਾ, ਅਲੌਕਿਕ ਆਨੰਦ ਪ੍ਰਾਪਤ ਹੁੰਦਾ ਹੈ। ਉਹੀ ਸਾਹਿਤ ਦਾ ਪ੍ਰਯੋਜਨ ਹੁੰਦਾ ਹੈ, ਉਹੀ ਸਾਹਿਤ ਦਾ ਮੁੱਖ ਮੁੱਢਲਾ ਕੰਮ ਹੁੰਦਾ ਜਾਂ ਕਾਰਜ ਹੁੰਦਾ ਹੈਗਾ। ਸਾਹਿਤ ਕੀ ਹੈ? ਸੰਵਾਦ ਹੈ, ਕਲਾ ਹੈ, ਸ਼ੈਲੀ ਹੈ ਜਾਂ ਅਰਥ ਹੈ। ਤਾਂ ਸਾਹਿਤ ਮੂਲ ਰੂਪ ਦੇ ਵਿੱਚ ਇੱਕ ਆਰਟ ਹੈ, ਇੱਕ ਕਲਾ ਹੈ। ਇੱਕ ਕਲਾ ਦਾ ਹੀ ਜਿਹੜਾ ਅਗਲਾ ਕਹਿ ਲਓ ਤੁਸੀਂ ਇੱਕ ਆਰਟ ਦਾ ਹੀ ਅਗਲੇਰਾ ਰੂਪ ਹੈਗਾ ਜਿਹੜਾ ਉਹ ਸਾਹਿਤ ਹੁੰਦਾ, ਇੱਕ ਕਲਾ ਹੁੰਦੀ ਹੈ। ਸਾਹਿਤ ਵਿਗਿਆਨ ਦੇ ਸੰਕਲਪ ਦਾ ਸੰਬੰਧ ਕਿਸ ਪ੍ਰਣਾਲੀ ਨਾਲ ਹੈ? ਸੰਰਚਨਾਵਾਦ ਨਾਲ, ਚਿਹਨ ਵਿਗਿਆਨ ਨਾਲ, शैली विज्ञान नाल जां रूसी रूपवाद नाल। तो साहित विज्ञान का जिहड़ा संकल्प है उसका संबंध हैगा जिहड़ा वो रूसी रूपवाद नाल हुंदा हैगा। इस करके साडी ऑप्शन जिहड़ी इत्थे सस्सा आएगी।
ਸੰਰਚਨਾਵਾਦੀ ਪ੍ਰਣਾਲੀ ਵਿੱਚ ਕਿਸ ਉੱਤੇ ਵਧੇਰੇ ਬਲ ਦਿੱਤਾ ਜਾਂਦਾ ਹੈ? ਰੂਪ ਵਿਗਿਆਨ ਉੱਤੇ, ਥੀਮ ਵਿਗਿਆਨ ਤੇ, ਸਾਹਿਤ ਵਿਗਿਆਨ ਉੱਤੇ ਜਾਂ ਸ਼ੈਲੀ ਵਿਗਿਆਨ ਉੱਤੇ? ਤਾਂ ਜ਼ਾਹਿਰ ਜੀ ਗੱਲ ਹੈਗੀ ਆ, ਸੰਰਚਨਾ ਦਾ ਸਟਰਕਚਰ ਦਾ ਸੰਬੰਧ ਰੂਪ ਨਾਲ ਹੁੰਦਾ, ਉਹਦੇ ਮੋਰਫੋਲੋਜੀਕਲ ਸਟੱਡੀ ਨਾਲ ਹੁੰਦਾ ਹੈਗਾ। ਉਹ ਉਸ ਪੱਧਰ ਦੀ ਮਾਰਫੋਲੋਜੀਕਲ ਸਟੱਡੀ ਨਹੀਂ ਮੈਂ ਕਹਿ ਰਿਹਾ ਕਿ ਜਿਵੇਂ ਅਸੀਂ ਲਿੰਗੁਇਸਟਿਕਸ ਦੀ ਟਰਮ ਦੇ ਵਿੱਚ ਯੂਜ਼ ਕਰਦੇ ਹਾਂ, ਉਹਦੀ ਬਣਤਰ ਦੇ ਨਾਲ ਹੁੰਦਾ, ਬੁਣਤਰ ਦੇ ਨਾਲ, ਬੁਣਤੀ ਦੇ ਨਾਲ, ਉਸ ਕਲੇਵਰ ਦੇ ਨਾਲ ਉਹਦਾ ਸੰਬੰਧ ਹੁੰਦਾ ਹੈਗਾ। ਇਸ ਕਰਕੇ ਸਾਡਾ ਜਿਹੜਾ ਹੈਗਾ ਆਨਸਰ ਹੈ ਇੱਥੇ ਉਹ ਰੂਪ ਵਿਗਿਆਨ ਆਊਗਾ, ਕਿਉਂਕਿ ਰੂਪ ਵਿਗਿਆਨ ਦੇ ਵਿੱਚੋਂ ਹੀ ਸੰਰਚਨਾਵਾਦੀ ਜਿਹੜੀ ਹੈਗੀ ਪ੍ਰਣਾਲੀ ਨਿਕਲੀ ਹੈਗੀ ਹੈ। ਇਸ ਕਰਕੇ ਸਾਡਾ ਆਨਸਰ ਜਿਹੜਾ ਹੈਗਾ ਉਹ ਇੱਥੇ ਊੜਾ ਆਊਗਾ, ਪਹਿਲਾ ਆਨਸਰ ਆਊਗਾ ਇੱਥੇ। ਸਾਹਿਤ ਸਮੀਖਿਆ ਦਾ ਪ੍ਰਯੋਜਨ ਹੈ। ਸਮੀਖਿਆ ਕੀ ਹੁੰਦੀ ਹੈ? ਕ੍ਰਿਟਿਸਿਜ਼ਮ, ਆਲੋਚਨਾ। ਸਾਹਿਤ ਦੀ ਆਲੋਚਨਾ ਦਾ ਜਾਂ ਕ੍ਰਿਟਿਸਿਜ਼ਮ ਦਾ ਜਾਂ ਉਹਨੂੰ ਤਰਕ ਦੀ ਕਸੌਟੀ ਤੇ ਪਰਖਣ ਦਾ ਕੰਮ ਕੀ ਹੈਗਾ? ਸਾਹਿਤ ਪਾਠ ਹੈ, ਇਹ ਕੋਈ ਤੁਕ ਨਹੀਂ ਬਣਦੀ, ਨਾ ਹੀ ਸਾਹਿਤ ਵਿਗਿਆਨ ਹੈ, ਇਹ ਵੀ ਕੋਈ ਤੁਕ ਨਹੀਂ, ਸਾਹਿਤ ਇਤਿਹਾਸ ਹੈ, ਇਹਦਾ ਵੀ ਕੋਈ ਲੈਣ ਦੇਣ ਨਹੀਂ। ਤਾਂ ਇਹਦਾ ਪ੍ਰਯੋਜਨ ਹੁੰਦਾ ਸਾਹਿਤ ਦਾ ਵਿਸ਼ਲੇਸ਼ਣ, ਉਹਨੂੰ ਵਿਵੇਚਿਤ ਕਰਨਾ, ਉਹਨੂੰ ਨਿਰੂਪਿਤ ਕਰਨਾ, ਉਹਦਾ ਅਧਿਐਨ ਕਰਨਾ, ਉਹਦੀ ਚੀਰ ਫਾੜ ਕਰਨੀ, ਉਹਦੇ ਵਿੱਚੋਂ ਜਿਹੜਾ ਹੈਗਾ ਉਹਨੂੰ ਤਰਕ ਦੀ ਕਸੌਟੀ ਤੇ ਪਰਖ ਕੇ ਕਾਵਿ ਸ਼ਾਸਤਰੀ ਨਿਯਮਾਂ ਦਾ ਵਿੱਚੋਂ ਨਿਰਧਾਰਨ ਲੱਭਣਾ, ਉਹੀ ਜਿਹੜਾ ਸਾਹਿਤ ਸਮੀਖਿਆ ਦਾ ਪ੍ਰਯੋਜਨ ਹੁੰਦਾ। ਤੁਸੀਂ ਕੀ ਕਰਦੇ ਹੋ? ਕਿਸੇ ਕਿਰਤ ਨੂੰ ਪੜ੍ਹ ਰਹੇ ਹੋ, ਤੁਸੀਂ ਉਹਦੇ ਵਿੱਚੋਂ ਰਸ ਲੱਭ ਰਹੇ ਹੋ, ਤੁਸੀਂ ਉਹਦੇ ਜਿਹੜੇ ਕਲਾ ਪੱਖ ਨੂੰ ਦੇਖ ਰਹੇ ਹੋ, ਉਹਦੇ ਵਿੱਚ ਤੁਸੀਂ ਬਿੰਬ ਵਿਧਾਨ ਨੂੰ ਦੇਖ ਰਹੇ ਹੋ। ਇਹੀ ਤੁਹਾਡੀ ਸਾਹਿਤ ਦੀ ਸਮੀਖਿਆ ਹੈਗੀ ਹੈ, ਇਹੀ ਤੁਹਾਡਾ ਵਿਸ਼ਲੇਸ਼ਣ ਹੈਗਾ ਸਾਹਿਤ ਦਾ। ਬਾਰਾਂਮਾਹ ਰੂਪ ਦੀ ਸ਼ੁਰੂਆਤ ਕਿਸ ਮਹੀਨੇ ਤੋਂ ਹੁੰਦੀ ਹੈ? ਤੋ ਮੂਲ ਰੂਪ ਦੇ ਵਿੱਚ ਜਿਹੜੀ ਬਾਰਾਂਮਾਹ ਹੈ, ਬਾਰਾਂਮਾਹ ਮਹੀਨੇ ਦੀ ਸ਼ੁਰੂਆਤ ਜਿਹੜੀ ਹੈਗੀ ਆ ਉਹ ਫੱਗਣ ਦੇ ਮਹੀਨੇ ਤੋਂ ਹੁੰਦੀ ਹੈਗੀ ਹੈ। ਫੱਗਣ ਨੂੰ ਪਹਿਲਾ ਮਹੀਨਾ ਮੰਨਿਆ ਜਾਂਦਾ। ਫੱਗਣ, ਚੇਤ, ਵਿਸਾਖ, ਜੇਠ, ਹਾੜ, ਇਸ ਪ੍ਰਕਾਰ ਦੇ ਨਾਲ ਬਾਰਾਂਮਾਹ ਹੁੰਦੀ। ਬਾਰਾਂਮਾਹ ਦਾ ਅਰਥ ਹੁੰਦਾ 12 ਮਹੀਨੇ। ਇਹ ਸੂਫੀ ਕਾਵਿ ਦੇ ਵਿੱਚ ਵੀ ਮਿਲਦਾ ਤੇ ਗੁਰਬਾਣੀ ਦੇ ਵਿੱਚ ਵੀ ਕਾਵਿ ਰੂਪ ਜਿਹੜਾ ਹੈਗਾ ਇਹ ਮਿਲਦਾ ਹੈਗਾ। ਇਹਦੀ ਫੱਗਣ ਤੋਂ ਸ਼ੁਰੂਆਤ ਹੁੰਦੀ ਹੈਗੀ ਹੈ। ਨੀਲੀ ਤੇ ਰਾਵੀ ਦਾ ਸੰਪਾਦਕ ਹੈ। ਤੋ ਇੱਥੇ ਸਾਡੇ ਕੋਲ 4 ਆਪਸ਼ਨ ਨੇ। ਤੋ ਸਾਡਾ ਇਹ ਨੀਲੀ ਤੇ ਰਾਵੀ ਦੀ ਸੰਪਾਦਨਾ ਜਿਹੜੀ ਹੈਗੀ ਉਹ ਕਰਤਾਰ ਸਿੰਘ ਸ਼ਮਸ਼ੇਰ ਦੁਆਰਾ ਕੀਤੀ ਗਈ ਹੈਗੀ ਹੈ। ਲੋਕ ਧਰਮ ਦਾ ਲੇਖਕ ਹੈ। ਤੋ ਲੋਕ ਧਰਮ ਜਿਹੜੀ ਹੈਗੀ ਹੈ ਫੋਕਲੋਰ ਦੀ ਬੜੀ ਮਹੱਤਵਪੂਰਨ ਕਿਤਾਬ ਹੈ ਔਰ ਇਹ ਸਾਡੇ ਕੋਲੇ 4 ਬੰਦੇ ਨੇ। ਪਹਿਲੀ ਗੱਲ ਤਾਂ ਇਹਦੇ ਵਿੱਚ ਜਿਹੜੇ ਹੈਗੇ ਨੇ ਡਾਕਟਰ ਤਾਰਨ ਸਿੰਘ ਗੁਰਬਾਣੀ ਦੇ ਜਿਹੜੇ ਸਮੀਖਿਆਕਾਰ ਹੈਗੇ ਨੇ, ਇਸ ਕਰਕੇ ਉਹ ਇਸ ਫੀਲਡ ਦੇ ਲੇਖਕ ਨਹੀਂ ਹੈਗੇ। ਇਸ ਤੋਂ ਬਾਅਦ ਸਾਡੇ ਕੋਲ 3 ਬੰਦੇ ਨੇ, ਮਨਜੀਤ ਸਿੰਘ, ਗੁਰਮੀਤ ਸਿੰਘ ਤੇ ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ। ਤੋ ਲੋਕ ਧਰਮ ਜਿਹੜੀ ਹੈਗੀ ਆ ਉਹ ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਦੀ ਕਿਤਾਬ ਹੈਗੀ ਹੈ। ਇਸ ਕਰਕੇ ਤੁਸੀਂ ਜਿਹੜਾ ਹੈਗਾ ਇਹ ਆਪਣਾ ਈਡੀ ਆਪਸ਼ਨ ਨੂੰ ਤੁਸੀਂ ਇਹਦੇ ਵਿੱਚ ਟਿਕ ਕਰਨਾ। ਇਹਦੇ ਵਿੱਚ ਲੋਕ ਧਰਮ ਦਾ ਜਿਹੜਾ ਕਨਸੈਪਟ ਹੈਗਾ ਵਿਸ਼ਿਸ਼ਟ ਧਰਮ ਤੇ ਫੋਕ ਰਿਲੀਜਨ ਨੂੰ ਅਲੱਗ-ਅਲੱਗ ਕੰਟੈਕਸਟ ਦੇ ਵਿੱਚ ਰੱਖ ਕੇ ਵਾਚਿਆ ਗਿਆ ਲੇਖਕ ਦੁਆਰਾ। ਇੱਥੇ ਸਾਡਾ ਆਨਸਰ ਈਡੀ ਬਣੇਗਾ। ਕਾਰਲ ਮਾਰਕਸ, ਫਰੈਡਰਿਕ ਐਂਗਲਸ ਐਂਡ ਟੈਰੀ ਈਗਲਟਨ ਦਾ ਸੰਬੰਧ ਕਿਸ ਪ੍ਰਣਾਲੀ ਨਾਲ ਹੈ? ਇਹ 3 ਬੰਦੇ ਕਿਹੜੀ ਆਲੋਚਨਾ ਪ੍ਰਣਾਲੀ ਨਾਲ ਸੰਬੰਧ ਰੱਖਦੇ ਹੈਗੇ ਨੇ? ਇੱਥੇ ਸਾਡੇ ਕੋਲੇ 4 ਆਪਸ਼ਨ ਨੇ ਔਰ ਇਹ ਬੰਦੇ ਜਿਹੜੇ ਹੈਗੇ ਨੇ ਇਹ ਮਾਰਕਸਵਾਦੀ ਨੇ। ਮਾਰਕਸਿਜ਼ਮ ਦੀ ਆਲੋਚਨਾ ਪ੍ਰਣਾਲੀ ਹੈਗੀ ਹੈ ਜਿਹੜੀ, ਜਾਂ ਮਾਰਕਸਵਾਦੀ ਸਮੀਖਿਆ ਦ੍ਰਿਸ਼ਟੀ ਤੋਂ ਜਿਹੜਾ ਹੈਗਾ ਇਸ ਨਾਲ ਕਾਵਿ ਦਾ ਐਨਾਲਿਸਿਸ ਕਰਦੇ ਨੇ। ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਆਪਣਾ ਵਿਖਿਆਨ ਪੇਸ਼ ਕੀਤਾ ਹੈਗਾ। ਤੋ ਇਹ ਤਿੰਨੇ ਦੇ ਤਿੰਨੇ ਬੰਦੇ ਮਾਰਕਸਵਾਦੀ ਨੇ। ਸਾਹਿਤ ਅਧਿਐਨ ਆਸ਼ਰਿਤ ਹੈ। ਇਹ ਦੂਰੀ ਔਰ ਫੇਰ ਸਵਾਲ ਆ ਗਿਆ ਹੈਗਾ। ਮੈਂ ਪਹਿਲਾਂ ਦੱਸ ਕੇ ਗਿਆ ਕਿ ਸਾਹਿਤ ਅਧਿਐਨ ਜਿਹੜਾ ਉਹ ਕਾਵਿ ਸ਼ਾਸਤਰ ਦੇ ਉੱਪਰ ਆਧਾਰਿਤ ਹੁੰਦਾ ਹੈਗਾ। ਉਹ ਕਾਵਿ ਸ਼ਾਸਤਰੀ ਨਿਯਮਾਂ ਦਾ ਨਿਰਧਾਰਨ ਕਰਦਾ ਹੈਗਾ, ਉਹਦੇ ਤੇ ਉਹ ਟਿਕਿਆ ਹੁੰਦਾ ਹੈ। ਪ੍ਰਗਤੀਵਾਦੀ ਵਿਚਾਰਧਾਰਾ ਤੇ ਪੰਜਾਬੀ ਕਵਿਤਾ ਦਾ ਰਚਇਤਾ ਹੈ। ਇਹ ਹੈ ਸਾਡੇ ਕੋਲ 4 ਆਪਸ਼ਨ ਨੇ ਤੇ ਸਾਡੀ ਸਹੀ ਆਨਸਰ ਜਿਹੜੀ ਹੈਗੀ ਆ ਉਹ ਹੈਗੀ ਆ ਡਾਕਟਰ ਕੇਸਰ ਸਿੰਘ ਕੇਸਰ। ਕੇਸਰ ਸਿੰਘ ਕੇਸਰ ਦੀ ਕਿਤਾਬ ਹੈ। ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋਫੈਸਰ ਰਹੇ ਨੇ ਡਾਕਟਰ ਕੇਸਰ ਸਿੰਘ ਕੇਸਰ, ਉਹਨਾਂ ਦੀ ਇਹ ਕਿਤਾਬ ਹੈ। ਪੰਜਾਬੀ ਸੱਭਿਆਚਾਰ ਦੇ ਨਾਮਕਰਨ ਦਾ ਸੰਬੰਧ ਹੈ ਇੱਥੋਂ ਦੇ ਸਿਆਸੀ ਹਾਲਾਤ ਨਾਲ, ਧਾਰਮਿਕ ਪਰੰਪਰਾ ਨਾਲ, ਭੂਗੋਲਿਕ ਸਥਿਤੀ ਨਾਲ ਜਾਂ
ਨਾਲ। तो ਪੰਜਾਬੀ ਦੇ ਸੱਭਿਆਚਾਰ ਦਾ ਜਿਹੜਾ ਨਾਮਕਰਨ ਹੈ ਇੱਥੋਂ ਦੀ ਭੂਗੋਲਿਕ ਸਥਿਤੀ ਦੇ ਨਾਲ ਸੰਬੰਧ ਰੱਖਦਾ ਹੈਗਾ, ਕਿਉਂਕਿ ਪੰਜਾਬੀ ਦਾ ਨਾਂ ਹੀ ਇੱਥੋਂ ਦੀ ਭੂਗੋਲਿਕ ਸਥਿਤੀ, ਜੋ ਪੰਜਾਬੀ ਦੀ ਅਸੀਂ ਗੱਲ ਕਰਦੇ ਹਾਂ, ਪੰਜਾਬ ਦਾ ਨਾਂ, ਉਸਦੀ ਲੈਂਗੁਏਜ ਦਾ ਨਾਂ ਇੱਥੋਂ ਦੀ ਜੀਓਗ੍ਰਾਫੀਕਲ ਕੰਡੀਸ਼ਨ ਦੇ ਨਾਲ ਮੇਲ ਖਾਂਦਾ ਹੈਗਾ, ਉਸੇ ਦੇ ਉੱਪਰ ਹੀ ਆਧਾਰਿਤ ਹੈ। ਇਸ ਕਰਕੇ ਜਿਹੜਾ ਇਹਦਾ ਸੰਬੰਧ ਹੈਗਾ ਇਹ ਇੱਥੋਂ ਦੀ ਭੂਗੋਲਿਕ ਸਥਿਤੀ ਦੇ ਨਾਲ ਹੈ, ਪੰਜਾਬੀ ਸੱਭਿਆਚਾਰ ਦਾ ਸੰਬੰਧ। ਪੰਜਾਬੀ ਲੋਕ ਧਾਰਾ ਦੇ ਕੁਝ ਪੱਖ ਰਚਨਾ ਹੈ। ਇੱਥੇ ਸਾਡੇ ਕੋਲ ਜਿਹੜੇ ਹੈਗੇ ਨੇ ਉਹ 4 ਲੇਖਕ ਨੇ। ਤੋ ਇਹਦੇ ਜਿਹੜੇ ਇਹ ਕਿਤਾਬ ਹੈਗੀ ਆ, ਇਹ ਡਾਕਟਰ ਗੁਰਮੀਤ ਸਿੰਘ ਦੀ ਕਿਤਾਬ ਹੈ। ਅੰਮ੍ਰਿਤਸਰ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ, GNDU ਦੇ ਵਿੱਚ। ਇਹਨਾਂ ਦੀ ਕਿਤਾਬ ਹੈ ਪੰਜਾਬੀ ਲੋਕ ਧਾਰਾ ਦੇ ਕੁਝ ਪੱਖ। ਇਹ ਇੱਥੇ ਜੇ ਕੁਐਸਚਨ ਆਉਂਦਾ ਹੈ ਤੇ ਤੁਸੀਂ ਆੜਾ ਨੂੰ ਟਿਕ ਕਰਨਾ ਹੈਗਾ। ਮੂਲ ਰੂਪ ਦੇ ਵਿੱਚ ਕੁਝ ਇਹਨਾਂ ਕਿਤਾਬਾਂ ਦਾ, ਜਿਹੜੀਆਂ ਕਿਤਾਬਾਂ ਹੁੰਦੀਆਂ ਹੈਗੀਆਂ ਨੇ, ਤੋ ਇਹਨਾਂ ਚੀਜ਼ਾਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਮੂਲ ਰੂਪ ਦੇ ਵਿੱਚ ਜਿਹੜੇ ਵੱਡੇ ਪ੍ਰਤਿਸ਼ਠਿਤ ਲੇਖਕ ਹੈਗੇ ਨੇ, ਇਹਨਾਂ ਦੀਆਂ ਕਿਤਾਬਾਂ ਤਕਰੀਬਨ 5-5, 10-10 ਤੁਹਾਨੂੰ ਜਿਹੜੀਆਂ ਹੈਗੀਆਂ ਉਹ ਯਾਦ ਕਰ ਲੈਣੀਆਂ ਬਣਦੀਆਂ ਹੈਗੀਆਂ ਨੇ, ਕਿਉਂਕਿ ਦੇਖੋ ਰੱਟਾ ਪ੍ਰਵਿਰਤੀ ਤੇ ਵੱਖਰੀ ਗੱਲ ਹੈਗੀ ਆ। MCQ ਨੂੰ ਆਮ ਕਰਕੇ ਰੱਟੇ ਮਾਰੇ ਜਾਂਦੇ ਹੈਗੇ ਨੇ ਮੂਲ ਰੂਪ ਦੇ ਵਿੱਚ, ਪਰ ਕਈ ਵਾਰ ਕੀ ਹੁੰਦਾ ਹੈਗਾ ਉੱਥੇ ਰਲ ਗੱਡ ਹੋ ਜਾਂਦਾ ਕੰਮ। ਜਿਵੇਂ ਹੁਣ ਇੱਕ ਕਿਤਾਬ ਹੈ, ਇੱਕ ਸਮੀਖਿਆ ਦ੍ਰਿਸ਼ਟੀਆਂ, ਇੱਕ ਸਮੀਖਿਆ ਪ੍ਰਣਾਲੀਆਂ ਨੇ। ਉਹ ਇੱਕ ਸਮੀਖਿਆ ਦ੍ਰਿਸ਼ਟੀਆਂ ਤੇ ਪ੍ਰਣਾਲੀਆਂ ਇੱਕ ਗੁਰਚਰਨ ਸਿੰਘ ਅਰਸ਼ੀ ਦੀ ਆ, ਔਰ ਦੂਜੀ ਕਿਤਾਬ ਜਿਹੜੀ ਹੈਗੀ ਆ ਉਹ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀ ਆ। ਉੱਥੇ ਜਾ ਕਰਕੇ ਕਿਤੇ ਨਾ ਕਿਤੇ ਮਿਕਸ ਅਪ ਹੋ ਜਾਂਦਾ, 20 ਮਿਕਸ ਅਪ ਹੋ ਜਾਂਦਾ ਹੈਗਾ ਉੱਥੇ। तो इस करके 5 ਜਾਂ 4 किताबां ਜਿਹੜੀਆਂ ਹੈਗੀਆਂ ਨੇ, ਜਿਹੜੀਆਂ ਪ੍ਰਤਿਸ਼ਠਿਤ ਜੀਆਂ ਕਿਤਾਬਾਂ ਨੇ, ਬੜੀਆਂ ਪ੍ਰਚਲਿਤ ਕਿਤਾਬਾਂ ਨੇ, ਉਹ ਸਾਨੂੰ ਯਾਦ ਕਰ ਲੈਣੀਆਂ ਬਣਦੀਆਂ ਹੈਗੀਆਂ ਇਸ ਦੌਰਾਨ। ਅਗਰ ਭੂਮਣ ਦਾ ਸੰਬੰਧ ਹੈ, तो अगर भूमन का संबंध जिहड़ा हैगा ये एक अपनी हैगा एक नज़रिया है, आलोचना प्रणाली का एक नज़रिया है, और इहदा संबंध किहड़े नाल है। ये 4 आलोचना प्रणालियां सानूं दर्शाईਆਂ गईਆਂ हैगियां ने। इहदा संबंध किस चीज़ नाल हैगा है, साडे कोल उन्होंने पूछा है। तो अगर भूमन का संबंध हैगा जिहड़ा ये नव आलोचना नाल है। अगर भूमन स्टैलिटिक्स की शैली विज्ञान की ही एक टर्म है, शैली विज्ञान विच वरती जाती है, शैली विज्ञान ਵਿੱਚ ਵਰਤੀ ਜਾਂਦੀ ਹੈ। और ਇਹ ਨਵ ਆਲੋਚਨਾ ਜਿਹੜੀ ਹੈਗੀ ਅਮਰੀਕੀ ਨਵ ਆਲੋਚਨਾ ਇਸ ਸਕੂਲ ਵੱਲੋਂ ਸਥਾਪਿਤ ਕੀਤਾ ਗਿਆ ਇੱਕ ਅਗਲੀ ਮੱਦ ਹੈਗੀ ਹੈ ਸ਼ੈਲੀ ਵਿਗਿਆਨ ਦੇ ਕੰਟੈਕਸਟ ਦੇ ਵਿੱਚ। ਤੋ ਅਗਰ ਭੂਮਨ ਇਸ ਨੂੰ ਕਿਹਾ ਜਾਂਦਾ ਹੈ। ਮੇਰਾ ਪਿੰਡ ਦਾ ਲੇਖਕ, ਪਿੰਡਾ ਨਹੀਂ ਇਹ ਪਿੰਡ ਹੈ, ਇਹ ਇੱਥੇ ਆਉਣਾ ਸੀਗਾ, ਕੱਟਣਾ ਹੈ ਇਹ। ਮੇਰਾ ਪਿੰਡ ਦਾ ਲੇਖਕ ਹੈ ਹਰਕੇਸ਼ ਸਿੰਘ ਕੈਲ, ਮਨਜੀਤ ਸਿੰਘ, ਸੁਲੱਖਣ ਸਿੰਘ ਸਰਹੱਦੀ ਤੇ ਗਿਆਨੀ ਗੁਰਦਿੱਤ ਸਿੰਘ। ਇਹ ਜਿਹੜੀ ਕਿਤਾਬ ਹੈਗੀ ਬੜੀ ਵੱਡੀ ਕਿਤਾਬ ਹੈਗੀ ਆ ਇਹ। ਔਰ ਇਹ ਕਿਤਾਬ ਹਾਲਾਂਕਿ ਹਰਕੇਸ਼ ਸਿੰਘ ਕੈਲ ਦੀ ਵੀ ਇੱਕ ਕਿਤਾਬ ਇਸ ਕੰਟੈਕਸਟ ਦੇ ਵਿੱਚ ਹੈਗੀ ਆ। ਉਹਨਾਂ ਦਾ ਪਿੰਡ, ਉਹਨਾਂ ਦੀ ਸ਼ਾਇਦ ਮੈਨੂੰ ਲੱਗਦਾ ਕਿਤਾਬ ਦਾ ਪੱਕਾ ਤਾਂ ਨਹੀਂ ਮੈਂ ਕਹਿ ਸਕਦਾ, ਮੇਰਾ ਪਿੰਡ ਸੰਦੌੜ, ਸ਼ਾਇਦ ਇਹੋ ਜਿਹੀ ਕਿਤਾਬ ਹੈ। ਕਿਉਂਕਿ ਸੰਦੌੜ ਦੇ ਆਪਣਾ ਮਲੇਰਕੋਟਲਾ ਡਿਸਟ੍ਰਿਕਟ ਦੇ ਵਿੱਚ ਸੰਦੌੜ ਪਿੰਡ ਪੈਂਦਾ, ਪਹਿਲਾਂ ਸੰਗਰੂਰ ਸੀ, ਹੁਣ ਮਲੇਰਕੋਟਲਾ ਡਿਸਟ੍ਰਿਕਟ ਪੈ ਜਾਂਦਾ ਹੈਗਾ। ਰਾਏਕੋਟ ਮਲੇਰਕੋਟਲੇ ਤੋਂ ਉਹਨਾਂ ਦਾ ਵਿਚਕਾਰ ਪਿੰਡ ਆਉਂਦਾ ਹਰਕੇਸ਼ ਸਿੰਘ ਕੈਲ ਹੋਰਾਂ ਦਾ। ਔਰ ਇਹ PCS ਅਫਸਰ ਸੀਗੇ, ਮੂਲ ਰੂਪ ਦੇ ਵਿੱਚ PCS ਅਫਸਰ ਸੀ। ਇਹਨਾਂ ਦੀ ਵੀ ਇੱਕ ਕਿਤਾਬ ਹੈਗੀ ਹੈ ਇਸ ਕੰਟੈਕਸਟ ਦੇ ਵਿੱਚ, ਪਰ ਇਹ ਕਿਤਾਬ ਇਹ ਹਰਕੇਸ਼ ਸਿੰਘ ਕੈਲ ਦੀ ਨਹੀਂ ਹੈਗੀ। ਤੋ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦੀ ਕਿਤਾਬ ਦਾ ਨਾਮ ਮੈਂ ਪ੍ਰੋਪਰ ਨਹੀਂ ਕਹਿ ਸਕਦਾ, ਪਰ ਮੈਨੂੰ ਲੱਗਦਾ ਕਿ ਉਹਨਾਂ ਦੀ ਕਿਤਾਬ ਦਾ ਨਾਮ ਮੇਰਾ ਪਿੰਡ ਸੰਦੌੜ, ਸ਼ਾਇਦ ਇਹੋ ਜਿਹੀ ਕਿਤਾਬ ਹੈਗੀ ਹੈ। ਸੋ ਮੈਂ ਪੜ੍ਹੀ ਜ਼ਰੂਰ ਹੈਗੀ ਆ। ਉਹ ਸੰਦੌੜ ਦੇ ਕੰਟੈਕਸਟ ਦੇ ਵਿੱਚ ਆਪਣੇ ਪਿੰਡ ਦੇ ਸੰਦਰਭ ਦੇ ਵਿੱਚ ਇੱਕ ਆਟੋਬਾਇਓਗ੍ਰਾਫੀ ਰੂਪ ਦੇ ਵਿੱਚ ਉਹਨਾਂ ਦੀ ਕਿਤਾਬ ਲਿਖੀ ਗਈ ਹੈ ਹਰਕੇਸ਼ ਸਿੰਘ ਕੈਲ ਹੋਰਾਂ ਨੇ। ਤੋ ਜਿਹੜੀ ਇਹ ਕਿਤਾਬ ਹੈਗੀ ਆ ਇਹ ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ਹੈ। ਇਹ ਕਿਤਾਬ ਹਾਲਾਂਕਿ ਜਿਹੜੇ ਗਿਆਨੀ ਗੁਰਦਿੱਤ ਸਿੰਘ ਹੈਗੇ ਨੇ ਇਹ ਸੰਦੌੜ ਦੇ ਨੇ ਹਰਕੇਸ਼ ਸਿੰਘ ਕੈਲ, ਔਰ ਗਿਆਨੀ ਗੁਰਦਿੱਤ ਸਿੰਘ ਦਾ ਜਿਹੜਾ ਪਿੰਡ ਹੈਗਾ ਇਹ ਮਿੱਠੇਵਾਲ ਹੈ, ਇਹ ਵੀ ਸੰਦੌੜ ਦੇ ਬਿਲਕੁਲ ਲਾਗੇ ਹੀ ਹੈ। ਉਸ ਵੇਲੇ ਜਿਹੜਾ ਪੁਰਾਤਨ ਸੀਗਾ ਜ਼ਿਲ੍ਹਾ ਸੰਗਰੂਰ ਸੀ, ਹੁਣ ਨਵਾਂ ਜ਼ਿਲ੍ਹਾ ਬਣਿਆ ਮਲੇਰਕੋਟਲਾ। ਮਿੱਠੇਵਾਲ ਵੀ ਇਸੇ ਰੋਡ ਤੋਂ ਥੋੜਾ ਜਿਹਾ ਪਿੱਛੇ ਹਟਵਾ ਪਿੰਡ ਹੈਗਾ ਹੈ, ਫੌਜੇਵਾਲ ਦੇ ਕੋਲੇ, ਫੌਜੇਵਾਲ ਪਿੰਡ ਆਉਂਦਾ ਹੈ, ਉਸ ਦੇ ਕੋਲੇ ਆ। ਔਰ ਇੱਕੇ ਰੋਡ ਤੇ, ਇਹ ਵੱਡੇ ਰੋਡ ਦੇ ਉੱਤੇ ਹੀ ਹਰਕੇਸ਼ ਸਿੰਘ ਕੈਲ ਦਾ ਪਿੰਡ, ਇਹਨਾਂ ਦਾ ਪਿੰਡ ਥੋੜਾ ਜਿਹਾ ਪਿੱਛੇ ਹਟਵਾ ਹੈਗਾ। ਤਾਂ ਇਹ ਕਿਤਾਬ ਇਹਨਾਂ ਦੀ ਹੈਗੀ ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ਹੈਗੀ ਆ ਮੇਰਾ ਪਿੰਡ। ਇਹ ਵੀ ਜਿਹੜੀ ਸਾਰੀ ਕਲਚਰ ਦੇ ਨਾਲ, ਸੱਭਿਆਚਾਰ ਦੇ ਨਾਲ ਸੰਬੰਧਿਤ ਹੈਗੀ ਆ। ਰਸਮ ਰਿਵਾਜਾਂ, ਰਹੁ ਰੀਤਾਂ ਇਹਦੇ ਵਿੱਚ ਜੋ ਪੁਰਾਤਨ ਹੁੰਦੀਆਂ ਸੀ ਉਹਨਾਂ ਨੇ ਉਹਦੇ ਵਿੱਚ ਜਿਹੜੀਆਂ ਐਕਸਪਲੇਨ ਕੀਤੀਆਂ ਹੈਗੀਆਂ। ਵਹਿਮ ਭਰਮ ਵਗੈਰਾ ਜਿਹੜਾ ਹੈਗਾ ਬੜਾ ਹੀ ਸੁਚੱਜੇ ਰੂਪ ਦੇ ਨਾਲ ਕਿਤਾਬ 'ਚ ਐਕਸਪਲੇਨ ਕੀਤਾ ਹੈ। तो ये जिहड़ी किताब है ये ज्ञानी गुरदित्त सिंह की किताब हैगी। पंजाबी मुहावरा ते अखान कोश का संपादक है। तो साडे कोल जिहड़े हैगे ने 4 इत्थे है अपने आउंदे हैगे ने लेखक। ये किताब बिक्रम सिंह घुम्मण दी है, पंजाबी अखान ते मुहावरा कोश।
ਸੁਗੰਧ ਸਮੀਰ ਕਾਵ ਸੰਗ੍ਰਹਿ ਕਿਸ ਵਾਦ ਨਾਲ ਸੰਬੰਧਿਤ ਹੈ? तो मूल रूप दे विच जिहड़ा सुगंध समीर काव्य संग्रह है ये बावा बलवंत की रचना है। किहदी रचना है? बावा बलवंत की। कई बार तो उत्थों ये भी पूछ सकता कि रचना किसदी है। ये बावा बलवंत का काव्य संग्रह है और मूल रूप दे विच जिहड़ा है ये प्रगतिवाद नाल संबंध रखता हैगा। ये किहदे नाल संबंध है? प्रगतिवाद दे नाल। ये प्रकृतिवाद नहीं, इत्थे प्रगतिवाद हैगा। ये चीज़ याद रखनी है। ये थोड़ा जिहा इत्थे स्पैलिंग मिस्टेक हुई हैगी है जां उत्थे गलती दे नाल लिखिया गया। ये प्रगतिवाद नाल संबंधित हैगा वा। इस चीज़ नूं याद रखना हैगा तुसीं। किहड़ी रचना नावल है? तो इहदे विच जिहड़ा हैगा थल्ले वाले जिहड़े हैगे ने ये आटोबायोग्राफीज ने। ये की ने? स्वै जीवनियां ने, जीवनियां। तो जिहड़ी उपरली सड़क हैगा बीमार सड़क ये नावल है। उपरला तुसी ऑप्शन ये टिक करनी है, बीमार सड़क नावल है। सभ्याचार ते पंजाबी सभ्याचार दा करता है। इत्थे साडे कोल जिहड़ा हैगा चार ऑप्शंस ने। इहदे विच जिहड़े दो उपरले बंदे ने ये नां दीयां किताबां नहीं। सभ्याचार दे कंटैक्सट दे विच जसविंदर सिंह दीयां किताबां ने और डॉक्टर गुरबख्श सिंह फ्रैंक दीयां किताबां हैगियां ने। तो मूल रूप दे विच जिहड़ी ये किताब है गुरबख्श सिंह फ्रैंक दी किताब हैगी आ। अमृतसर यूनीवर्सिटी दे प्रोफैसर सीगे ये इन्हां दी किताब है सभ्याचार ते पंजाबी सभ्याचार। अबिदा ते लक्षणां दा संबंधित हन। अबिदा ते लक्षणां जिहड़ियां हैगियां ने ये काव विचलियां शब्द शक्तियां नूं आख्या जांदा है। काव दे विच तीन तरह दीयां शब्द शक्तियां हुंदियां है। तीन तरह दीयां किहड़ियां किहड़ियां हुंदियां है? अबिदा, लक्षणा ते व्यंजना। ये की ने? ये काव विच पाए जांदे अर्थ ने। किसी भी शब्द दे विच जो उहदे विचकार अर्थ हुंदे ने उन्हां नूं आख्या जांदा है। जिहड़े पहले अर्थ हुंदे ने ये हुंदे हैगे ने अबिदा जिन्हां नूं तुसीं आसानी नाल प्राप्त कर लैंदे हो। दूसरे हुंदे ने लक्षणा। लक्षणा की हुंदा हैगा? जिथे तुसीं लखण लाउंदे हो, आपदा मन दा जिहड़ा घोड़ा दड़ाउंदे हो, लखण लाउंदे हो कि जी आह गल इउं होऊगी, इस करके लक्षणा। तीजी जिहड़ी हुंदी है व्यंजना। व्यंजना दे विच तुहाडी अकल तो जां साडी अकल तो परे दी गल कीती गई हुंदी हैगी आ। ਉਹ अर्थ ਹੁੰਦੇ ਨੇ ਜਿਹੜੇ ਸਾਨੂੰ ਪਤਾ ਹੀ ਨਹੀਂ ਹੁੰਦਾ ਹੈਗਾ। ਉਹ ਤੀਸਰੀ ਕਿਸਮ ਦੇ ਅਰਥ ਹੁੰਦੇ ਨੇ ਜਿਹੜੀ ਸਾਡੀ ਸੋਚ ਤੋਂ ਪਰੇ ਦੇ ਅਰਥ ਹੁੰਦੇ ਨੇ, ਉਹਨਾਂ ਨੂੰ ਵਿਅੰਜਨਾ ਕਿਹਾ ਗਿਆ। ਔਰ ਇਹਨਾਂ ਦੀ ਜਿਹੜੀ ਪੇਸ਼ਕਾਰੀ ਹੈਗੀ ਹੈ ਇਹ ਆਚਾਰੀਆ ਆਨੰਦਵਰਧਨ ਕਰਦਾ ਹੈਗਾ। ਆਨੰਦਵਰਧਨ ਨੇ ਕੀਤੀ ਹੈਗੀ ਹੈ। ਇਹਦੀ ਕਿਤਾਬ ਦਾ ਨਾਮ ਹੈ ਦਵਨੀਆਂ ਲੋਕ। ਦਵਨੀਆਂ ਲੋਕ ਦੇ ਵਿੱਚ ਔਰ ਇਹਨਾਂ ਦਾ ਜਿਹੜਾ ਸੰਬੰਧ ਸਾਥੋਂ ਪੁੱਛਿਆ ਉਹਨਾਂ ਨੇ ਇਹ ਧੁਨੀ ਨਾਲ ਹੈਗਾ। तो धुनी नाल संबंध हैगा, ध्वनि नाल इन्हां दा रिश्ता हैगा। तीन तरह दीयां शब्द शक्तियां हुंदियां ने। मूल रूप दे विच जो सिमेंटिक्स दी तुसीं टर्म पढ़दे हो, अर्थ विग्यान दी पढ़दे हो, ये उसे दा ही पर्याय है सनातनी काव्य शास्त्र दे विच जिहड़ा हैगा। समाज शास्त्री प्रणाली दा जगत प्रसिद्ध चिंतक है। तो जिहड़ा नार्थोफ्राई है ये जिहड़ा प्रगतिवादी हैगा। आई रिचर्ड ये सौजवादी है। विक्टर शकलोवस्की ये रूपवादी है। तो जिहड़ा समाज शास्त्री हैगा ये हैगा लूसियन गोल्डमान। इस करके जिहड़ा हैगा साडा आंसर ऊड़ा आएगा इत्थे। चिन्ह ते चिन्ह दा संबंध हुंदा है न्याय संगत, साहित्यक जां सभ्याचारक। जिहड़ा चिन्हक ते चिन्हत हुंदा संकल्प ते धुनी बिंब, इन्हां नूं क्रमवार संकल्प ते धुनी बिंब कहंदे ने। जो साडे जहन दे विच साकार हुंदा हैगा, शब्द चित्र बनदा हैगा। इन्हां विचकार जिहड़ा रिश्ता हुंदा है ये सस्यूर कहंदा है आप हुदरा हुंदा है। एक दा की हुंदा हैगा? आप हुदरा। और दोने संकल्प ये सस्यूर दे ने। फर्दिनांद सस्यूर द्वारा प्रस्तुत किए गए संकल्प ने। चिन्ह ते चिन्हक, एक चिन्ह हुंदा, एक चिन्हक हुंदा, एक चिन्हत हुंदा है। चिन्ह तो बाद चिन्ह ते चिन्हक जिहड़े हैगे ने साडे ब्रेन दे विच, माइंड दे विच जिहड़े हैगे ने ओह साकार हुंदे ने। और संकल्प ते धुनी बिंब दे रूप दे विच ओह उगड़दे ने। एक पिक्चर बनदी हैगी साडे जहन दे विच।
ਔਰ ਇਹਨਾਂ ਦਾ ਜਿਹੜਾ ਰਿਸ਼ਤਾ ਹੁੰਦਾ ਹੈਗਾ, ਸਸਿਊਰ ਕਹਿੰਦਾ ਹੈ ਕਿ ਉਹ ਆਪ ਹੁਦਰਾ ਹੈਗਾ ਹੁੰਦਾ ਹੈ। ਜੇ ਕਈ ਵਾਰ ਤੁਹਾਥੋਂ ਪੁੱਛ ਲਿਆ ਜਾਂਦਾ ਕਿ ਸਸਿਊਰ ਨੇ ਕਿਸ ਪੁਸਤਕ ਵਿੱਚ ਇਹਨਾਂ ਦੀ ਜਿਹੜੀ ਪੇਸ਼ਕਾਰੀ ਕੀਤੀ ਹੈ, ਚਿੰਨ੍ਹ ਤੇ ਚਿੰਨ੍ਹ ਦਾ ਜਾਂ ਚਿੰਨ੍ਹ ਦਾ ਸੰਕਲਪ ਕਿਸ ਦੇ ਵਿੱਚ ਦਿੱਤਾ ਹੈ, ਤੇ ਉਹਦੀ ਕਿਤਾਬ ਦਾ ਨਾਂ ਹੈਗਾ ਏ ਕੋਰਸ ਇਨ ਜਨਰਲ ਲਿੰਗੁਇਸਟਿਕਸ। ਉਸ ਕਿਤਾਬ ਦੇ ਵਿੱਚ ਇਹ ਸਸਿਊਰ ਜਨੇਵਾ ਯੂਨੀਵਰਸਿਟੀ ਦਾ, ਫਰਾਂਸ ਦਾ ਪ੍ਰੋਫੈਸਰ ਹੈ, ਔਰ ਮੂਲ ਰੂਪ ਦੇ ਵਿੱਚ ਇਹ ਬੰਦਾ ਸੰਸਕ੍ਰਿਤ ਦਾ ਪ੍ਰੋਫੈਸਰ ਸੀਗਾ। ਤੋ ਸੰਸਕ੍ਰਿਤ ਦੇ ਕਾਰਕ ਸਿਧਾਂਤ ਦੇ ਉੱਪਰ ਇਹ ਬੰਦਾ ਡਾਕਟਰੇਟ ਹੈ। ਤੋ ਇਹਦੀ ਜਿਹੜਾ ਹੈਗਾ ਵਾ ਇਹ ਕਿਤਾਬ ਦੇ ਵਿੱਚ ਇਹਨਾਂ ਦੀ ਪੇਸ਼ਕਾਰੀ ਹੋਈ ਹੈ। ਉਹ ਸ਼ਬਦ ਜੋ ਨਾਮ ਸ਼ਬਦਾਂ ਦੇ ਸਥਾਨ ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਕਿਹਾ ਜਾਂਦਾ ਹੈ। ਤੋ ਇਹ ਬੜੀ ਕਲੀਅਰ ਜੀ ਗੱਲ ਹੈ, ਬੜਾ ਆਸਾਨ ਜਿਹਾ ਸਵਾਲ ਹੈ। ਇਹਨਾਂ ਨੂੰ ਸਰਵਨਾਮ ਜਾਂ ਪੜਨਾਮ ਆਖਿਆ ਜਾਂਦਾ ਹੈ, ਪ੍ਰਨਾਉਨ ਕਿਹਾ ਜਾਂਦਾ ਅੰਗਰੇਜ਼ੀ ਦੇ ਵਿੱਚ। ਔਰ ਇਹ 6 ਪ੍ਰਕਾਰ ਦੇ ਹੁੰਦੇ ਹਨ। ਇਹ ਨਾਮ ਸ਼ਬਦਾਂ ਦੀ ਜਗ੍ਹਾ ਦੇ ਉੱਪਰ ਵਰਤੇ ਜਾਂਦੇ ਨੇ ਔਰ 6 ਕਿਸਮਾਂ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਉਹ ਹੁੰਦੀਆਂ। ਨਾਮ 5 ਕਿਸਮ ਦੇ ਹੁੰਦੇ ਨੇ ਔਰ ਇਹਨਾਂ ਦੀਆਂ 6 ਕਿਸਮਾਂ ਹੁੰਦੀਆਂ ਹੈਗੀਆਂ ਨੇ। ਸ਼ਬਦਾਂ ਵਿੱਚ ਵਧੇਤਰ ਦਾ ਕਾਰਜ ਕਿਸ ਨਾਲ ਮਿਲਦਾ ਜੁਲਦਾ ਹੈ? ਸ਼ਬਦਾਂ ਦੇ ਵਿੱਚ ਵਧੇਤਰ ਤੋਂ ਭਾਵ ਕੀ ਹੈਗਾ ਹੈ ਕਿ ਤੁਸੀਂ ਸ਼ਬਦਾਂ ਦੇ ਵਿੱਚ ਲਗਾ ਰਹੇ ਹੋ ਉਪਸਰਗ, ਉਪਸਰਗ ਜਾਂ ਅਗੇਤਰ। ਥੋੜਾ ਜਿਹਾ ਸੂਖਮ ਜਿਹਾ ਫਰਕ ਹੁੰਦਾ ਉਪਸਰਗ ਤੇ ਅਗੇਤਰ ਦੇ ਵਿੱਚ, ਹਾਲਾਂਕਿ ਹੈ ਪੰਜਾਬੀ ਚ ਤੁਸੀਂ ਇੱਕ ਕੰਟੈਕਸਟ ਜੀ ਰੱਖੋਗੇ, ਸੰਸਕ੍ਰਿਤ ਚ ਇਹਨਾਂ ਵਿਚਕਾਰ ਥੋੜਾ ਜਿਹਾ ਅੰਤਰ ਹੁੰਦਾ, ਬਿਲਕੁਲ ਸੂਖਮ ਜਿਹਾ। ਉਸ ਤੋਂ ਬਾਅਦ ਦੇ ਵਿੱਚ ਆ ਜਾਂਦਾ ਮਧੇਤਰ। ਮਧੇਤਰ ਪੰਜਾਬੀ ਚ ਵਰਤਿਆ ਨਹੀਂ ਜਾਂਦਾ, ਸੰਸਕ੍ਰਿਤ ਵਰਗੀਆਂ ਜ਼ੁਬਾਨਾਂ ਦੇ ਵਿੱਚ ਜਾਂ ਫਾਰਸੀ ਵਿੱਚ ਵਰਤਿਆ ਜਾਂਦਾ ਹੈ। ਔਰ ਤੀਸਰਾ ਹੁੰਦਾ ਹੈਗਾ ਜਿਹੜਾ ਉਹ ਹੁੰਦਾ ਹੈ ਪ੍ਰਤਿਆ, ਪ੍ਰਤਿਆ ਜਾਂ ਪਿਛੇਤਰ। ਪਿਛੇਤਰ, ਪ੍ਰਤਿਆ ਜਾਂ ਪਿਛੇਤਰ ਜਿਹੜੇ ਹੁੰਦੇ ਹੈਗੇ ਨੇ, ਜਿਵੇਂ ਸੰਸਕ੍ਰਿਤ ਵਿੱਚ 2 ਤਰ੍ਹਾਂ ਦੇ ਹੁੰਦੇ ਹੈਗੇ ਆ, ਜਿਵੇਂ ਸੁਪ ਤੇ ਤਿੰਗ, ਬੰਤ ਤੇ ਤਿਗੰਤ ਜਿਹੜੇ ਹੈਗੇ ਨੇ ਪਦ ਬਣਦੇ ਨੇ ਉਹਨਾਂ ਤੋਂ। ਔਰ ਇੱਕ ਜਦੋਂ ਪ੍ਰਤਿਆ ਲੱਗਦਾ ਹੈਗਾ, ਇੱਕ ਅਗੇਤਰ ਲੱਗਦਾ ਹੈਗਾ, ਉਹਦੇ ਨਾਲ ਪਿਛੇਤਰ ਨਾਲ ਤੁਸੀਂ ਜਿਹੜਾ ਹੈਗਾ ਡੈਰੀਵੇ ਆਪਣੀ ਕਰਦੇ ਹੋ, ਫਾਰਮੇਸ਼ਨ ਕਰਦੇ ਹੋ ਵਰਡ ਦੀ ਜੋੜ ਕੇ ਉਹਨੂੰ, ਤੇ ਦੂਸਰੇ ਨਾਲ ਡੈਰੀਵੇਸ਼ਨ ਹੁੰਦੀ ਹੈ ਜਦੋਂ ਇੱਕ ਵਿਭਕਤੀ ਪਿਛੇਤਰ ਹੁੰਦਾ ਹੈਗਾ। ਇਹਨਾਂ ਦੀਆਂ ਅਲੱਗ-ਅਲੱਗ ਕਿਸਮਾਂ ਹੁੰਦੀਆਂ। ਤੋ ਇਹ ਜਿਹੜਾ ਕਾਰਜ ਹੈਗਾ, ਇਹ ਸਾਰਾ ਕੁਝ ਕਰਨ ਦਾ ਜਿਹੜਾ ਕਾਰਜ ਹੈ ਕਿਸ ਚੀਜ਼ ਨਾਲ ਉਹ ਕਹਿੰਦਾ ਮਿਲਦਾ ਹੈਗਾ, ਬੰਦੇਜੀ ਭਵੰਸ਼ਾਂ ਨਾਲ। ਹੁਣ ਜਦੋਂ ਬੰਦੇਜੀ ਭਵੰਸ਼ ਹੈਗੇ ਉੱਥੇ ਤਾਂ ਜੁੜਨ ਦੀ ਕੋਈ ਸਮਰੱਥਾ ਹੀ ਨਹੀਂ ਰਹੇਗੀ, ਇਸ ਕਰਕੇ ਇਹਦੇ ਨਾਲ ਨਹੀਂ, ਸ਼ਬਦ ਨਾਲ ਵੀ ਕੋਈ ਲੈਣ ਦੇਣ ਨਹੀਂ, ਤੇ ਮਧੇਤਰਤਾ ਇਹਦੀ ਇੱਕ ਟਰਮ ਹੀ ਹੈ। ਇਸ ਕਰਕੇ ਇਹ ਹੈ ਸੁਤੰਤਰ ਭਵੰਸ਼ਾਂ ਨਾਲ, ਇਹ ਸੁਤੰਤਰ ਤੌਰ ਤੇ ਉੱਪਰ ਜਿਹੜੇ ਵਿਚਰਦੇ ਹੈਗੇ ਨੇ, ਸੁਤੰਤਰ ਭਵੰਸ਼ਾਂ ਨਾਲ ਮਿਲਦਾ ਜੁਲਦਾ। ਕਿਉਂਕਿ ਜਿਹੜੇ ਇਹ ਭਵੰਸ਼ ਦਾ ਟਰਮ ਹੈਗੀ ਹੈ ਜਾਂ ਮਾਰਫੀਮ ਐਲੋਮਾਰਫ ਦੀ ਟਰਮ ਹੈ, ਇਹ ਆਪਣੇ ਪੱਛਮ ਦੀ ਟਰਮ ਹੈਗੀ ਹੈ, ਉਹ ਉਹਨਾਂ ਦੀ ਗ੍ਰਾਮੈਟੀਕਲ ਸਟੱਡੀ ਦੇ ਵਿੱਚੋਂ ਲਿਆ ਗਿਆ ਹੈ। ਜਿਹੜੀ ਸਾਡੀ ਹੈ ਵਧੇਤਰ ਦਾ ਕੰਸੈਪਟ ਹੈਗਾ ਜਿਹੜਾ, ਇਹ ਸਾਡੀ ਜਿਹੜੀ ਪੂਰਬੀ ਗ੍ਰਾਮਰ ਦਾ ਕੰਸੈਪਟ ਹੈ, ਪਾਣਨੀ ਗ੍ਰਾਮਰ ਦਾ ਕੰਸੈਪਟ ਹੈ। ਵਿਹਾਰਕ ਸਮੀਖਿਆ ਸਿਧਾਂਤ ਤੇ ਵਿਹਾਰ ਰਚਨਾ ਹੈ। ਤੋ ਇਹ ਕਿਤਾਬ ਮੂਲ ਰੂਪ ਦੇ ਵਿੱਚ ਤਾਂ ਇਹ ਸ਼ੈਰੀ ਸਿੰਘ ਦੀ ਕਿਤਾਬ ਹੈਗੀ। ਇੱਕ ਮੈਂ ਥੋੜਾ ਜਿਹਾ ਹੋਰ ਤੁਹਾਨੂੰ ਸੁਜੈਸਟ ਕਰੂੰਗਾ, ਇਹੋ ਜਿਹੇ ਜਿਹੜੀਆਂ ਕਿਤਾਬਾਂ ਹੁੰਦੀਆਂ ਹੈਗੀਆਂ ਨਾ ਜੋ ਪ੍ਰਤਿਸ਼ਠਿਤ ਲੇਖਕਾਂ ਦੀਆਂ ਤਕਰੀਬਨ ਇਹ ਕਿਤਾਬਾਂ ਨਹੀਂ ਹੁੰਦੀਆਂ। ਤੋ MCQ ਬਣਾਉਣ ਵੇਲੇ ਜਿਹੜਾ ਹੈਗਾ ਉਦੋਂ ਇਹਨਾਂ ਨੂੰ ਜਿਹੜਾ ਹੈਗਾ ਵਿੱਚ ਲਿਆ ਜਾਂਦਾ ਹੈਗਾ ਸ਼ਬਦ, ਕਿਉਂਕਿ ਕੁਐਸਚਨ ਬੈਂਕ ਬਣਾਉਣ ਵੇਲੇ ਕਿਤਾਬਾਂ ਨੂੰ ਕੋਡ ਕਰ ਲਿਆ ਜਾਂਦਾ ਹੈ। ਠੀਕ ਹੈ, ਤਕਰੀਬਨ ਸਾਨੂੰ ਸਾਰਿਆਂ ਨੂੰ ਹੀ ਵਿੱਚ ਇੱਕ ਰੱਸੇ ਰੱਖਣਾ ਪੈਂਦਾ ਹੈ ਇਹਨਾਂ ਚੀਜ਼ਾਂ ਨੂੰ। ਤੋ ਪ੍ਰਤਿਸ਼ਠਿਤ ਜੀਆਂ ਕਿਤਾਬਾਂ ਨੂੰ ਥੋੜਾ ਜਿਹਾ ਜ਼ਿਆਦਾ ਕੰਸਨਟ੍ਰੇਸ਼ਨ ਦਿੱਤਾ ਜਾਵੇ ਤਾਂ ਬੜਾ ਬੈਟਰ ਹੈਗਾ। ਤੋ ਠੀਕ ਹੈ, ਸਾਨੂੰ ਪੰਜਾਬੀ ਦੇ ਕੰਟੈਕਸਟ ਦੇ ਵਿੱਚ ਸਮੀਖਿਆ ਦੀ ਗੱਲ ਕੀਤੀ ਗਈ ਹੈ ਤਾਂ ਬਣਦਾ ਵੀ ਹੈਗਾ ਪੜ੍ਹਨਾ, ਪਰੰਤੂ ਥੋੜਾ ਜਿਹਾ ਤੁਸੀਂ ਜਿਹੜੀ ਕਨਸਨਟ੍ਰੇਸ਼ਨ ਤੁਹਾਡੀ ਹੋਣੀ ਚਾਹੀਦੀ ਹੈ ਉਹ ਪ੍ਰਤਿਸ਼ਠਿਤ ਕਿਤਾਬ ਦੇ ਉੱਪਰ ਹੋਵੇ, ਪ੍ਰਤਿਸ਼ਠਿਤ ਲੇਖਕ ਦੀ ਕਿਤਾਬ ਦੇ ਉੱਪਰ ਥੋੜੀ ਜੀ ਜ਼ਿਆਦਾ ਹੋਵੇ ਤਾਂ ਮੈਂ ਸਮਝਦਾ ਕਿ ਉਹ ਬੜਾ ਚੰਗਾ ਹੈਗਾ। ਤੋ ਇਸ ਕਰਕੇ ਇਹਦਾ ਜਿਹੜਾ ਆਨਸਰ ਹੈ ਇਸ ਕੁਐਸਚਨ ਦਾ ਉਹ ਊੜਾ ਹੈਗਾ। ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਰਚਨਾ ਹੈ। ਮੇਰੀ ਦੁਨੀਆ, ਮੰਜ਼ਿਲ ਦਿਸ ਪਈ, ਆਰਸੀ ਰਸੀਦੀ ਟਿਕਟ। ਜਿਹੜੀ ਮੇਰੀ ਦੁਨੀਆ ਹੈਗੀ ਹੈ ਨਾਨਕ ਸਿੰਘ ਦੀ ਰਚਨਾ ਹੈ। ਇਹ ਕਿਹਦੀ ਰਚਨਾ ਹੈ? ਨਾਨਕ ਸਿੰਘ ਦੀ ਆਟੋਬਾਇਓਗ੍ਰਾਫੀ ਹੈ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਆਰਸੀ ਹੈ ਇਹ ਪ੍ਰਿੰਸੀਪਲ ਤੇਜਾ ਸਿੰਘ ਦੀ ਹੈ। ਇਹ ਤਿੰਨ ਚਾਰੇ ਹੀ ਬਾਇਓਗ੍ਰਾਫੀਆਂ ਨੇ ਪ੍ਰਿੰਸੀਪਲ ਤੇਜਾ ਸਿੰਘ ਦੀ, ਤੇਜਾ ਸਿੰਘ ਦੀ ਹੈ। ਲਾਸਟ ਤੇ ਰਸੀਦੀ ਟਿਕਟ ਹੈਗੀ ਜਿਹੜੀ ਇੱਕ ਭਾਗ ਹੈਗਾ ਉਹਦੀ ਆਟੋਬਾਇਓਗ੍ਰਾਫੀ ਦਾ, ਇਹ ਹੈ ਅੰਮ੍ਰਿਤਾ ਪ੍ਰੀਤਮ ਦੀ, ਅੰਮ੍ਰਿਤਾ ਪ੍ਰੀਤਮ ਦੀ। ਸਾਡਾ ਜਿਹੜਾ ਆਨਸਰ ਹੈ ਉਹ ਹੈ ਮੰਜ਼ਿਲ ਦਿਸ ਪਈ। ਮੰਜ਼ਿਲ ਦਿਸ ਪਈ ਹੈਗੀ ਹੈ ਜਿਹੜੀ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਆਟੋਬਾਇਓਗ੍ਰਾਫੀ ਹੈ। ਇਸ ਕਰਕੇ ਅਸੀਂ ਇਹਨੂੰ ਆਨਸਰ ਇਹਦਾ ਜਿਹੜਾ ਹੈਗਾ ਇਹ ਕਰੈਕਟ ਚੁਣਨਾ ਹੈਗਾ। ਇਹ ਕੁਐਸਚਨ ਦਾ ਸਾਡੇ ਦਾ ਆਨਸਰ ਬਣਦਾ ਹੈ। ਕਿਹੜਾ ਰੂਪ ਆਤਮ ਕੇਂਦਰਿਤ ਹੈ? ਆਤਮ ਕੇਂਦਰਿਤ ਤੋਂ ਭਾਵ ਹੈ ਜਿਹੜਾ ਆਪਣੇ ਆਪ ਤੇ ਫੋਕਸ ਕਰਦਾ, ਸਵੈ ਸੰਬੋਧਨੀ ਸ਼ੈਲੀ ਜਿਹਦੇ ਚ ਵਰਤੀ ਗਈ ਹੁੰਦੀ ਹੈ।
ਵਾਰ ਵਿੱਚ ਸਵੈ ਸੰਬੋਧਨੀ ਸ਼ੈਲੀ ਨਹੀਂ ਹੁੰਦੀ, ਕਿੱਸੇ ਵਿੱਚ ਵੀ ਨਹੀਂ ਹੁੰਦੀ ਤੇ ਮਹਾਕਾਵ ਵਿੱਚ ਵੀ ਨਹੀਂ ਹੁੰਦੀ। ਇਹ ਹੁੰਦਾ ਪ੍ਰਗੀਤ। ਇਹਦਾ ਫੋਕਸ ਇਹਦਾ ਜਿਹੜਾ ਹੈਗਾ ਆਤਮ ਕੇਂਦਰਿਤ ਹੁੰਦਾ ਹੈਗਾ। ਇਹ ਆਪਣੇ ਆਪ ਨੂੰ ਕੇਂਦਰਿਤ ਜਾਂ ਮੁਖਾਤਿਬ ਹੋ ਕੇ ਜਿਹੜਾ ਉਚਾਰਿਆ ਜਾਂਦਾ ਹੈਗਾ। ਸ਼ੀਰੀ ਫਰਹਾਦ ਦੀ ਕਥਾ ਦਾ ਸਰੋਤ ਹੈ। ਤਾਂ ਸ਼ੀਰੀ ਫਰਹਾਦ ਜਿਹੜੇ ਮੂਲ ਰੂਪ ਦੇ ਵਿੱਚ ਇੱਕ ਕਿੱਸਾ ਹੈ। ਸ਼ੀਰੀ ਕੁੜੀ ਦਾ ਨਾਂ ਹੈ, ਫਰਹਾਦ ਉਹਦੇ ਪ੍ਰੇਮੀ ਦਾ ਨਾਂ ਹੈ। ਤੋ ਇਸ ਦਾ ਜਿਹੜਾ ਸਰੋਤ ਪੁੱਛਦਾ, ਇਹਦਾ ਸੋਰਸਸ ਕੀ ਹੈਗਾ। ਤੋ ਸਾਡੇ ਕੋਲ ਜਿਹੜੇ ਹੈਗੇ ਨੇ 4 ਆਪਸ਼ਨ ਨੇ। ਕੁਰਾਨ ਦੇ ਵਿੱਚ ਇਹ ਸਟੋਰੀ ਨਹੀਂ ਮਿਲਦੀ ਹੈਗੀ। ਕੁਰਾਨ ਸ਼ਰੀਫ ਦੇ ਵਿੱਚ ਜਾਂ ਕੁਰਾਨ ਮਜੀਦ ਦੇ ਵਿੱਚ ਯੂਸਫ ਜ਼ੁਲੈਖਾਂ ਦੀ ਸਟੋਰੀ ਮਿਲਦੀ ਹੈਗੀ ਆ, ਔਰ ਉਸ ਤੋਂ ਬਾਅਦ ਦੇ ਵਿੱਚ ਲੈਲਾ ਮਜਨੂ ਦੀ ਸਟੋਰੀ ਮਿਲਦੀ ਹੈਗੀ, ਪਰ ਇਹ ਸਟੋਰੀ ਨਹੀਂ ਮਿਲਦੀ, ਇਸ ਕਰਕੇ ਕੁਰਾਨ ਨਹੀਂ ਹੈਗਾ। ਔਰ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਹਦੀਸ। ਹਦੀਸ ਨਹੀਂ ਹੁੰਦੀ, ਹਦੀਸ ਹੁੰਦੀ ਹੈਗੀ ਆ। ਹਦੀਸ ਜਿਹੜਾ ਹੈਗਾ ਕਨਸਟੀਟਿਊਸ਼ਨ ਹੈ ਇਸਲਾਮ ਦਾ, ਮੁਹੰਮਦ ਸਾਹਿਬ ਦੇ ਬਚਨ ਨੇ। 2 ਹਦੀਸਾਂ ਜਿਹੜੀਆਂ ਮੁੱਖ ਨੇ, ਇੱਕ ਸਹੀ ਮੁਸਲਿਮ ਬੁਖਾਰੀ ਔਰ ਦੂਸਰੀ ਮੌਲਾਨਾ ਜ਼ਲੀਲ ਅਹਿਸਨ ਨਦਵੀ ਦੀ ਰਾਹ ਅਮਲ। ਇਹਦੇ ਵਿੱਚ ਜਿਹੜੇ ਹੈਗੇ ਨੇ ਮੁਹੰਮਦ ਸਾਹਿਬ ਦੇ ਬਚਨ ਨੇ, ਉਹਨਾਂ ਦੇ ਲੈਕਚਰ ਨੇ, ਉਹ ਪੇਸ਼ ਕੀਤੇ ਗਏ ਨੇ, ਇਸ ਕਰਕੇ ਹਦੀਸ ਵੀ ਨਹੀਂ ਹੈ। ਔਰ ਪੰਜਾਬੀ ਸੂਫੀ ਕਾਵ ਦੇ ਵਿੱਚ ਜਿਹੜਾ ਬਿੰਬ ਵਰਤੇ ਗਏ ਨੇ, ਉਹਨਾਂ ਨੂੰ ਵਰਤਿਆ ਜ਼ਰੂਰ ਗਿਆ ਹੈਗਾ, ਉਹਨਾਂ ਦੇ ਪ੍ਰੇਮ ਕਹਾਣੀ ਨੂੰ ਜਗ ਜ਼ਾਹਰ ਕੀਤਾ ਗਿਆ, ਪਰ ਉਹਦਾ ਸਰੋਤ ਨਹੀਂ ਅਸੀਂ ਸੂਫੀ ਕਾਵ ਨੂੰ ਮੰਨ ਸਕਦੇ। ਕਿਸੇ ਦੁਆਰਾ ਉਹਨੂੰ ਵਰਤਿਆ ਜਾਣਾ ਸਰੋਤ ਨਹੀਂ ਹੁੰਦਾ, ਇਸ ਕਰਕੇ ਜਿਹੜਾ ਹੈਗਾ ਸੂਫੀ ਕਾਵ ਵੀ ਇਹਦਾ ਸਰੋਤ ਨਹੀਂ, ਕਿਉਂਕਿ ਉਹਨਾਂ ਨੇ ਸਾਥੋਂ ਸਰੋਤ ਪੁੱਛਿਆ ਹੈ, ਇਹ ਨਹੀਂ ਪੁੱਛਿਆ ਕਿ ਸੂਫੀ ਕਾਵ 'ਚ ਇਹਨਾਂ ਦੀ ਵਰਤੋਂ ਹੋਈ ਆ ਜਾਂ ਨਹੀਂ ਹੋਈ ਹੈਗੀ। ਇਸ ਕਰਕੇ ਜਿਹੜਾ ਹੈਗਾ ਇਹਦਾ ਸੰਬੰਧ ਹੈ ਫਾਰਸੀ ਕਾਵ ਨਾਲ, ਕਿਉਂਕਿ ਸੀਰੀ ਫਰਹਾਦ ਦਾ ਸੰਬੰਧ ਹੈਗਾ ਉਹ ਈਰਾਨ ਨਾਲ ਹੈ। ਈਰਾਨ ਦੀ ਇੱਕ ਪ੍ਰੇਮ ਕਹਾਣੀ ਹੈ ਜੋ ਫਾਰਸੀ ਕਾਵ ਨਾਲ ਸੰਬੰਧਿਤ ਰੱਖਦੀ ਹੈ। ਫਾਰਸੀ ਦਾ ਕਾਵ ਜਿਹੜਾ ਹੈਗਾ ਇਸ ਸੰਦਰਭ ਦੇ ਵਿੱਚ ਇਸ ਨੂੰ ਕਲੀਅਰ ਕਰਦਾ ਹੈਗਾ। ਪੰਜਾਬੀ ਅਧਿਐਨ ਤੇ ਅਧਿਆਪਨ ਬਦਲਦੇ ਪ੍ਰਪੇਖ ਦਾ ਰਚੈਤਾ ਹੈ। ਇਹ ਸਾਡੇ ਕੋਲ 4 ਆਪਸ਼ਨਸ ਨੇ। ਤੋ ਇਹ ਬੜੀ ਮਸ਼ਹੂਰ ਕਿਤਾਬ ਹੈਗੀ ਆ, ਇਹ ਡਾਕਟਰ ਜੀਤ ਸਿੰਘ ਜੋਸ਼ੀ ਦੀ ਕਿਤਾਬ ਆ। ਤਕਰੀਬਨ ਇਹ ਸਟੂਡੈਂਟਸ ਜ਼ਿਆਦਾ ਪੜ੍ਹਦੇ ਨੇ ਤਿਆਰੀ ਵਗੈਰਾ ਲਾਉਣ ਵਾਸਤੇ, ਜੋ ਇਮਤਿਹਾਨ ਹੈਗੇ ਨੇ, ਮੁਕਾਬਲੇ ਦੇ ਇਮਤਿਹਾਨ ਨੇ, ਮਾਸਟਰ ਕੇਡਰ ਆ ਜਾਂ ਲੈਕਚਰਰ ਕੇਡਰ ਆ ਜਾਂ UGC ਨੈਟ ਹੈਗਾ ਜਾਂ ਫਿਰ PCS ਦਾ ਜਿਹੜਾ ਪੇਪਰ ਦਿੰਦੇ ਹੈਗੇ ਨੇ ਵਿਦਿਆਰਥੀ, UPSC ਦੇ ਵਿੱਚ ਵੀ ਤਕਰੀਬਨ ਇਹ ਕਿਤਾਬ ਜਿਹੜੀ ਹੈਗੀ ਹੈ ਚੰਗਾ ਹੱਲ ਕਰਦੀ ਹੈਗੀ ਆ, ਖਾਸ ਕਰਕੇ ਤਿਆਰੀ ਦੇ ਸੰਦਰਭ ਦੇ ਵਿੱਚ ਜਿਹੜੀ ਇਹ ਕਿਤਾਬ ਵਰਤੀ ਜਾਂਦੀ ਹੈ। ਬੜੀ ਮਸ਼ਹੂਰ ਕਿਤਾਬ ਹੈਗੀ ਹੈ ਇਹ, ਪੰਜਾਬੀ ਅਧਿਐਨ ਤੇ ਅਧਿਆਪਨ ਬਦਲਦੇ ਪ੍ਰਪੇਖ। ਪਹਿਲਾਂ ਛੋਟੀ ਜੀ ਕਿਤਾਬ ਹੁੰਦੀ ਸੀਗੀ ਇਹ, ਹੁਣ ਰਿਵਾਈਜ਼ਡ ਕਰਕੇ ਉਹਨਾਂ ਨੇ ਹੋਰ ਲੈਬੋਰੇਟ ਕਰਕੇ ਕਿਤਾਬ ਨੂੰ ਛਾਪਿਆ ਹੈਗਾ। ਦੋਹਰੀ ਵਾਰ ਵਾਰਸ਼ਾ ਫਾਊਂਡੇਸ਼ਨ ਨੇ ਕਿਤਾਬ ਛਾਪੀ ਹੈਗੀ ਹੈ। ਸੋ ਇਹ ਡਾਕਟਰ ਜੀਤ ਸਿੰਘ ਜੋਸ਼ੀ ਦੀ ਕਿਤਾਬ ਹੈ। ਯੂਨੀਵਰਸਿਟੀ ਰੀਜਨਲ ਸੈਂਟਰ ਦੇ ਵਿੱਚ ਇਹ ਲੋਕਧਾਰਾ ਦੇ ਪ੍ਰੋਫੈਸਰ ਰਹੇ ਨੇ, ਲੋਕਧਾਰਾ ਪੜ੍ਹਾਉਂਦੇ ਰਹੇ ਨੇ ਉੱਥੇ। ਕਰੀਰ ਦੀ ਢਿੰਗਰੀ ਕਹਾਣੀ ਸੰਗ੍ਰਹਿ ਦਾ ਕਰਤਾ ਹੈ। ਤੋ ਇਹ ਸਾਡੇ ਕੋਲ ਇੱਥੇ 4 ਜਿਹੜੇ ਹੈਗੇ ਨੇ ਉਹ ਆਪਣੇ ਬੰਦੇ ਹੈਗੇ ਨੇ, ਕਹਾਣੀਕਾਰ ਹੈਗੇ ਨੇ ਜਾਂ ਲੇਖਕ ਹੈਗੇ ਨੇ, ਤੋ 4 ਹੀ ਮਾਲਵੇ ਨਾਲ ਸੰਬੰਧਿਤ ਰੱਖਦੇ ਨੇ, ਕਿਉਂਕਿ ਚੁਣ ਕੇ ਪਾਇਆ ਗਿਆ ਹੁੰਦਾ ਹੈਗਾ। ਤੋ ਮਲਵਈ ਆਂਚਲਿਕਤਾ ਇਹਨਾਂ 4 ਦੇ ਵਿੱਚੋਂ ਹੀ ਝਲਕਦੀ ਹੈ ਬੰਦਿਆਂ ਦੇ ਵਿੱਚੋਂ। ਖਾਸ ਕਰਕੇ ਗੁਰਦਿਆਲ ਸਿੰਘ ਥੋੜਾ ਜਿਹਾ ਜ਼ਿਆਦਾ ਇਸ ਸੰਦਰਭ ਦੇ ਵਿੱਚ ਜ਼ਿਆਦਾ ਪਰਪੱਕ ਨੇ ਆਂਚਲਿਕਤਾ ਦੇ ਕੰਟੈਕਸਟ ਦੇ ਵਿੱਚ। ਤੋ ਇਹਨਾਂ ਦੀ ਕਹਾਣੀ ਕਰੀਰ ਦੀ ਢਿੰਗਰੀ ਜਿਹੜੀ ਹੈਗੀ ਹੈ ਉਹ ਗੁਰਦਿਆਲ ਸਿੰਘ ਜੈਤੋ ਵਾਲਿਆਂ ਦਾ, ਪ੍ਰੋਫੈਸਰ ਗੁਰਦਿਆਲ ਸਿੰਘ ਜੈਤੋ ਵਾਲਿਆਂ ਦਾ ਕਹਾਣੀ ਸੰਗ੍ਰਹਿ ਹੈਗਾ। ਇੱਥੇ ਤੁਸੀਂ ਜੇ ਕੁਐਸਚਨ ਆਉਂਦਾ ਇਸ ਸੰਦਰਭ ਦੇ ਵਿੱਚ ਤੇ ਤੁਸੀਂ ਜਿਹੜਾ ਹੈਗਾ ਗੁਰਦਿਆਲ ਸਿੰਘ ਨੂੰ ਟਿਕ ਕਰਨਾ ਹੈਗਾ। ਆਚਾਰੀਆ ਦੰਡੀ ਦਾ ਸੰਬੰਧ ਹੈ। ਤੋ ਆਚਾਰੀਆ ਦੰਡੀ ਜਿਹੜੇ ਹੈਗੇ ਨੇ ਉਹਨਾਂ ਨੇ ਜਿਹੜਾ ਸਿਧਾਂਤ ਪੇਸ਼ ਕੀਤਾ ਹੈ ਉਹ ਹੈ ਅਲੰਕਾਰ ਦਾ ਸਿਧਾਂਤ। ਉਹਨਾਂ ਦੀ ਕਿਤਾਬ ਦਾ ਨਾਮ ਹੈ ਕਾਵਿਆ ਦਰਸ਼ ਨਾਂ ਦੀ ਉਹਨਾਂ ਦੀ ਕਿਤਾਬ ਹੈ, ਜਿਹਦੇ ਵਿੱਚ ਉਹਨਾਂ ਨੇ ਅਲੰਕਾਰ ਹੁੰਦੇ ਕਵਿਤਾ ਦੇ ਸੋਝ ਵਿੱਚ ਵਾਧਾ ਕਰਨ ਵਾਲੇ ਉਹਦੇ ਗਹਿਣੇ, ਉਹਨਾਂ ਦਾ ਜਿਹੜਾ ਹੈਗਾ ਜ਼ਿਕਰ ਉਹਨਾਂ ਨੇ ਅਲੰਕਾਰ ਸਿਧਾਂਤ ਦੀ ਜਿਹੜੀ ਹੈਗੀ ਹੈ ਵਿਵਿਅੰਜਨ ਆਪਣੀ ਕਿਤਾਬ ਦੇ ਵਿੱਚ ਕੀਤੀ ਹੈ। ਜਿਹੜਾ ਵਕਰੋਕਤੀ ਸਿਧਾਂਤ ਹੈਗਾ ਇਹ ਕੁੰਤਕ ਦਾ ਹੈ, ਰਸ ਸਿਧਾਂਤ ਆਚਾਰੀਆ ਭਰਤ ਮੁਨੀ ਦਾ, ਤੇ ਧਵਨੀ ਸਿਧਾਂਤ ਧੁਨੀ ਨਹੀਂ ਹੈਗਾ, ਇਹ ਧੁਨੀ ਹੈ। ਇੱਕ ਹੀ ਲੱਗਣਾ ਸੀਗਾ, ਮਿਸਟੇਕ ਹੋਈ ਹੈ ਇੱਥੇ। ਤੇ ਜੋ ਧੁਨੀ ਸਿਧਾਂਤ ਹੈ ਇਹ ਹੈ ਆਨੰਦ ਵਰਧਨ ਦਾ। ਤੋ ਵਕਰੋਕਤੀ ਦੀ ਕਿਤਾਬ ਦਾ ਨਾਮ ਹੈ ਵਕਰੋਕਤੀ ਜੀਵਿਤਮ, ਰਸ ਸਿਧਾਂਤ ਦੀ ਕਿਤਾਬ ਹੈ ਨਾਟਯ ਸ਼ਸਤਰ, ਔਰ ਜਿਹੜੀ ਧੁਨੀ ਸਿਧਾਂਤ ਦੀ ਕਿਤਾਬ ਹੈ ਉਹਦਾ ਨਾਮ ਹੈ ਧਵਨੀਆ ਲੋਕ। ਇਹਦੇ ਤੇ ਟੀਕਾ ਜਿਹੜਾ ਲਿਖਿਆ ਗਿਆ ਹੈਗਾ ਉਹ ਅਭਿਨਵ ਗੁਪਤ ਨੇ ਲਿਖਿਆ ਸੀ, ਲੋਚਨ ਧਵਨੀਆ ਲੋਚਨਮ, ਇਹਦੇ ਤੇ ਵਰੁੱਤੀ ਲਿਖੀ ਸੀ ਅੱਗੇ ਉਹਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿੰਨੇ ਰਾਗਾਂ ਵਿੱਚ ਹੈ? ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਹੈ 31 ਰਾਗਾਂ ਦੇ ਵਿੱਚ। 31 ਰਾਗਾਂ ਦੇ ਵਿੱਚ ਗੁਰੂ ਸਾਹਿਬ ਦੀ ਬਾਣੀ ਜਿਹੜੀ ਹੈਗੀ ਆ ਉਹ ਦਰਜ ਹੈਗੀ ਹੈ। ਲੋਕ ਮਨੋਰੰਜਨ ਪੰਜਾਬ ਦਾ ਬਹੁਰੰਗੀ ਵਿਰਸਾ ਦਾ ਲੇਖਕ ਹੈ।
ਜਗੀਰ ਸਿੰਘ ਨੂਰ, ਕੁਲਵੰਤ ਕੌਰ, ਉਪਦੇਸ਼ ਕੌਰ ਤੇ ਵਣਜਾਰਾ ਬੇਦੀ। ਇਹ ਕੁਲਵੰਤ ਕੌਰ ਦੀ ਕਿਤਾਬ ਹੈਗੀ ਆ। ਕਾਫੀ ਰੂਪ ਮਕਬੂਲ ਹੈ। ਕਾਫੀ ਨਿਰੋਲ ਰਾਗ ਤੇ ਰਾਗਣੀ ਹੁੰਦੀ ਹੈਗੀ, ਇੱਕ ਗੱਲ ਯਾਦ ਰੱਖਣੀ ਆ। ਔਰ ਅਰੂਜ਼ ਦੇ ਜਿਹੜੇ ਨਿਯਮ ਨੇ ਉਹਨਾਂ ਦੇ ਦੁਆਰਾ ਨਿਰਧਾਰਿਤ ਕੀਤਾ ਗਿਆ ਇੱਕ ਨਿਰੋਲ ਰਾਗ ਰਾਗਣੀ ਦਾ ਇੱਕ ਰੂਪ ਹੈਗਾ ਕਾਫੀ। ਤੋ ਇਹ ਕਾਹਦੇ ਵਿੱਚ ਮਕਬੂਲ ਹੈ, ਕਿਹੜੀ ਕਾਵਿ ਦੇ ਵਿੱਚ ਜਿਹੜਾ ਇਹਦੀ ਜ਼ਿਆਦਾ ਵਰਤੋਂ ਹੁੰਦੀ ਹੈਗੀ ਹੈ? ਤੋ ਇਹ ਜਿਹੜੀ ਹੈ ਇਹ ਸੂਫੀ ਕਾਵਿ ਦੇ ਵਿੱਚ ਜਿਹੜੀ ਹੈਗੀ ਕਾਫੀ ਦੀ ਵਰਤੋਂ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਕਰਕੇ ਤੁਹਾਡਾ ਆਪਸ਼ਨ ਜਿਹੜਾ ਹੈਗਾ ਇੱਥੇ ਆੜਾ ਆਏਗਾ। ਸ਼ਬਦ ਸ਼ਕਤੀਆਂ ਕਿਸ ਸੰਪਰਦਾਇ ਦਾ ਆਧਾਰ ਹਨ? ਮੈਂ ਪਹਿਲਾਂ ਦੱਸ ਚੁੱਕਾ ਹਾਂ ਕਿ ਇਹ ਧੁਨੀ ਸੰਪਰਦਾਇ ਦਾ ਆਧਾਰ ਹਨ। ਅਸਤਿਤਵਵਾਦ ਦਾ ਜਗਤ ਪ੍ਰਸਿੱਧ ਚਿੰਤਕ ਹੈ। ਤੋ ਮੂਲ ਰੂਪ ਦੇ ਵਿੱਚ ਇੱਥੇ ਦੋ ਅਸਤਿਤਵਵਾਦੀਏ ਨੇ, ਇੱਕ ਜੀਨ ਪਾਲ ਸਾਰਤਰ ਹੈ, ਦੂਜਾ ਹਾਈਡਿਗਰ ਹੈ। ਤੋ ਇੱਥੇ ਜਿਹੜਾ ਤੁਸੀਂ ਟਿਕ ਕਰਨਾ ਹੈਗਾ ਹਾਈਡਿਗਰ ਨੂੰ ਟਿਕ ਕਰੋਗੇ, ਕਿਉਂਕਿ ਹਾਈਡਿਗਰ ਜੀਨ ਪਾਲ ਸਾਰਤਰ ਤੋਂ ਪਹਿਲਾਂ ਹੋਇਆ, ਇਸ ਕਰਕੇ ਇਹ ਪਹਿਲਾਂ ਹੋਇਆ, ਇਹ ਹਾਈਡਿਗਰ ਆਏਗਾ। ਹਾਲਾਂਕਿ ਜੀਨ ਪਾਲ ਸਾਰਤਰ ਵੀ ਅਸਤਿਤਵਵਾਦੀ ਹੈ, ਪਰ ਹਾਈਡਿਗਰ ਉਸ ਤੋਂ ਪਹਿਲਾਂ ਹੋ ਚੁੱਕਿਆ ਹੈਗਾ, ਇਸ ਕਰਕੇ ਅਸੀਂ ਹਾਈਡਿਗਰ ਨੂੰ ਇੱਥੇ ਟਿਕ ਕਰਾਂਗੇ। ਸਹੀ ਸਾਡਾ ਕੁਐਸਚਨ ਆਨਸਰ ਆਏਗਾ ਹਾਈਡਿਗਰ। ਰਾਜੇ ਮਹਿਲੀ ਚੰਬਾ ਖਿੜਿਆ ਦਾ ਸੰਪਾਦਕ ਹੈ। ਤੋ ਇਹ ਹੈ ਆਸਾ ਸਿੰਘ ਘੁੰਮਣ ਦੀ ਕਿਤਾਬ। ਇੱਕ ਟਪਲਾ ਨਹੀਂ ਖਾਣਾ, ਇੱਥੋਂ ਕਈ ਬੱਚੇ ਟਪਲਾ ਖਾ ਜਾਂਦੇ। ਇੱਕ ਨਾਰ ਸਿੰਘ ਦੀ ਹੈ ਰਾਜੇ ਦੇ ਮਹਿਲੀ ਚੰਬਾ ਖਿੜ ਰਿਹਾ, ਮੇਰੇ ਖਿਆਲ ਮਹਿਲੀ ਚੰਬਾ ਖਿੜ ਰਿਹਾ ਕਿਤਾਬ ਹੈਗਾ ਜਿਹੜਾ ਉਹ ਆਪਣੇ ਨਾਰ ਸਿੰਘ ਦੀ ਕਿਤਾਬ ਆ, ਪਰ ਰਾਜੇ ਮਹਿਲੀ ਚੰਬਾ ਖਿੜਿਆ ਆਸਾ ਸਿੰਘ ਘੁੰਮਣ ਦੀ ਕਿਤਾਬ ਹੈ। ਇਸ ਕਰਕੇ ਇਹਨਾਂ ਦੇ ਵਿਚਕਾਰ ਜਿਹੜਾ ਹੈਗਾ ਕਈ ਸਟੂਡੈਂਟਸ ਟਪਲਾ ਖਾ ਜਾਂਦੇ ਆ। ਰਾਜੇ ਮਹਿਲੀ ਚੰਬਾ ਖਿੜਿਆ ਇਹ ਹੈ ਆਸਾ ਸਿੰਘ ਘੁੰਮਣ ਦੀ ਕਿਤਾਬ। ਬਾਗੀ ਚੰਬਾ ਖਿੜ ਰਿਹਾ, ਇਹਦੇ ਦੀ ਕਿਤਾਬ ਦਾ ਨਾਮ ਬਾਗੀ ਚੰਬਾ ਖਿੜ ਰਿਹਾ, ਨਾਰ ਸਿੰਘ ਦੀ ਕਿਤਾਬ ਹੈ ਜਿਹੜੀ। ਪੁਰਾਤਨ ਤੇ ਨਵੀਨ ਪੰਜਾਬੀ ਵਾਰਤਕ ਸਿਧਾਂਤ ਤੇ ਵਿਹਾਰ ਦਾ ਜਿਹੜਾ ਸੰਪਾਦਕ ਹੈ, ਇਹ ਕਿਤਾਬ ਜਿਹੜੀ ਹੈ ਇਹ ਡਾਕਟਰ ਰਾਜਬੀਰ ਕੌਰ ਦੀ ਕਿਤਾਬ ਹੈਗੀ ਹੈ। ਇਹ ਪ੍ਰੋਫੈਸਰ ਬ੍ਰਹਮ ਜਗਦੀਸ਼ ਸਿੰਘ ਦੇ ਮਿਸਿਜ ਨੇ। ਬ੍ਰਹਮ ਜਗਦੀਸ਼ ਸਿੰਘ ਜੀ ਜਿਹੜੇ ਫਰੀਦਕੋਟ ਵਾਲੇ ਨੇ, ਜਗਦੀਸ਼ ਸਿੰਘ ਨੇ, ਉਹਨਾਂ ਦੇ ਇਹ ਪਤਨੀ ਨੇ, ਉਹਨਾਂ ਦੇ ਮਿਸਿਜ ਨੇ। ਔਰ ਇਹ ਉਹਨਾਂ ਦੀ ਕਿਤਾਬ ਹੈਗੀ ਹੈ। ਬਰਜਿੰਦਰਾ ਕਾਲਜ ਦੇ ਵਿੱਚ ਪ੍ਰੋਫੈਸਰ ਰਹੇ ਨੇ, ਇਹ ਵਾਰਤਕ ਦਾ ਪੇਪਰ ਹੀ ਪੜ੍ਹਾਉਂਦੇ ਰਹੇ ਨੇ। ਇਹ ਰਾਜਬੀਰ ਕੌਰ ਦੀ ਕਿਤਾਬ ਹੈ, ਵਾਰਿਸ ਸ਼ਾਹ ਫਾਊਂਡੇਸ਼ਨ ਨੇ ਇਸ ਨੂੰ ਛਾਪਿਆ ਹੈਗਾ। ਤੁਹਾਡਾ ਈਡੀ ਇੱਥੇ ਆਨਸਰ ਆਏਗਾ। ਵਰਣਾਂ ਉੱਤੇ ਆਧਾਰਿਤ ਕਾਵਿ ਰੂਪ ਹਨ। ਅਸੀਂ ਜੇਕਰ ਥੱਲਿਓਂ ਲੱਗ ਜਾਈਏ 12ਵਾਂ 35 52 ਅੱਖਰੀ, ਦੋ ਤੇ ਠੀਕ ਨੇ ਪਰ 12ਵਾਂ ਜਿਹੜੀ ਹੈਗੀ ਹੈ ਇਹ ਨਹੀਂ ਆਉਂਦੀ ਇਹਦੇ ਵਿੱਚ, ਇਸ ਕਰਕੇ ਗਲਤ ਹੈ। 52 ਅੱਖਰੀ 35 ਅੱਖਰੀ ਸਤਵਾਰਾ ਦੋਨੇ ਤੇ ਠੀਕ ਨੇ, 52 ਅੱਖਰੀ ਤੇ ਆ, ਫਿਰ ਸਤਵਾਰਾ ਨਹੀਂ ਹੈਗਾ ਇਹਦੇ ਚ। ਫਿਰ 52 ਅੱਖਰੀ ਸਹੀ ਹੈ, 35 ਅੱਖਰੀ ਸਹੀ ਹੈ, ਤੇ ਅਲਾਉਣੀ ਨਹੀਂ ਹੈਗਾ, ਅਲਾਉਣੀ ਹੋਰ ਹੈ। ਉੱਪਰਲਾ ਆ ਗਿਆ 52 ਅੱਖਰੀ ਠੀਕ ਹੈ, 35 ਅੱਖਰੀ ਠੀਕ ਹੈ, ਤੇ ਸੀ ਹਰਫੀ ਹੁੰਦਾ 30 ਵਰਨਾਂ ਵਾਲੀ, ਇਸ ਕਰਕੇ ਸਾਡਾ ਜਿਹੜਾ ਆਨਸਰ ਹੈਗਾ ਉਹ ਊੜਾ ਇੱਥੇ ਕਰੈਕਟ ਆਊਗਾ। ਅੰਮ੍ਰਿਤਾ ਪ੍ਰੀਤਮ ਜੀਵਨ ਤੇ ਰਚਨਾ ਦਾ ਲੇਖਕ ਹੈ। ਇਹ ਹੈਗਾ ਬ੍ਰਹਮ ਜਗਦੀਸ਼ ਸਿੰਘ, ਉਹਨਾਂ ਦੀ ਕਿਤਾਬ ਹੈਗੀ ਹੈ। ਇਹਨੂੰ ਤੁਸੀਂ ਆੜੇ ਨੂੰ ਟਿਕ ਕਰਨਾ ਹੈ। ਨਾਟਕ ਵਿੱਚ ਬਾਕੀ ਸਾਹਿਤ ਰੂਪਾਂ ਨਾਲੋਂ ਕਿਹੜਾ ਤੱਤ ਵੱਖਰਾ ਹੈ? ਤੋ ਨਾਟਕ ਦੇ ਵਿੱਚ ਜਿਹੜਾ ਬਾਕੀ ਸਾਹਿਤਕ ਰੂਪਾਂ ਨਾਲੋਂ ਪਾਤਰ ਵੀ ਹੁੰਦੇ ਨੇ, ਦੁਖਾਂਤ ਵੀ ਹੁੰਦਾ, ਨਾਇਕ ਵੀ ਹੁੰਦਾ, ਸਭ ਕੁਝ ਹੁੰਦਾ, ਗੋਂਦ ਵੀ ਹੁੰਦੀ, ਪਲਾਟ ਸਾਰਾ ਕੁਝ ਹੁੰਦਾ, ਵਾਰਤਾਲਾਪ, ਡਾਇਲੋਗ ਵਗੈਰਾ। ਪਰ ਨਾਟਕ ਦੇ ਵਿੱਚ ਜਿਹੜਾ ਵੱਖਰਾ ਤੱਤ ਹੁੰਦਾ ਉਹ ਡਾਇਸ ਹੁੰਦਾ ਹੈਗਾ, ਰੰਗਮੰਚ ਹੁੰਦਾ ਹੈਗਾ। ਇਸ ਕਰਕੇ ਇਹ ਤੱਤ ਸਾਰਿਆਂ ਨਾਲੋਂ ਵੱਖਰਾ ਹੈਗਾ। ਸੋ ਇੱਥੇ ਹੀ ਜਿਹੜਾ ਹੈਗਾ ਸਾਡਾ ਅੱਜ ਦਾ ਵਿਖਿਆਨ ਹੈਗਾ, ਅਸੀਂ ਇੱਥੇ ਇਹਨੂੰ ਵਿਰਾਮ ਲਾਉਂਦੇ ਹਾਂ। ਸੋ ਮੈਨੂੰ ਆਸ ਹੈ ਕਿ ਤੁਸੀਂ ਇਸ ਤੋਂ ਲਾਹੇਵੰਦ ਹੋਏ ਹੋਵੋਗੇ ਔਰ ਤੁਹਾਨੂੰ ਜਾਣਕਾਰੀ ਚੰਗੀ ਤਰ੍ਹਾਂ ਨਾਲ ਤੁਸੀਂ ਸਮਝ ਗਏ ਹੋਵੋਗੇ। ਪਰ ਜੇਕਰ ਕਿਤੇ ਵੀ ਤੁਹਾਨੂੰ ਕਿਸੇ ਕਿਸਮ ਦਾ ਵੀ ਕੋਈ ਡਾਊਟ ਲੱਗਦਾ ਹੈ, ਕਿਸੇ ਪ੍ਰਕਾਰ ਦੀ ਤੁਹਾਡੀ ਸ਼ੰਕਾ ਹੈ, ਤੇ ਉਹਨੂੰ ਸੰਬੰਧਿਤ ਸਥਾਪਿਤ ਜਿਹੜੀ ਕਿਤਾਬ ਹੈਗੀ ਆ, ਪ੍ਰਤਿਸ਼ਠਿਤ ਵਿਦਵਾਨ ਦੀ ਕਿਤਾਬ ਹੈਗੀ ਆ, ਉਹਦੇ ਵਿੱਚੋਂ ਹੀ ਦੂਰ ਕੀਤਾ ਜਾਣਾ ਚਾਹੀਦਾ ਹੈ। ਮੇਰੀ ਕੋਸ਼ਿਸ਼ ਹੁੰਦੀ ਹੈਗੀ ਹੈ ਕਿ ਬੇਸ਼ੱਕ ਇਹ MCQs ਦਾ ਜਿਹੜੀ ਕੁਐਸਚਨ ਬੈਂਕ ਬਣਾਈ ਹੈਗੀ ਹੈ, ਇਹ ਕਿਤੋਂ ਵੀ ਬਣਾਈ ਗਈ ਹੋਵੇ ਜਾਂ ਕਿਤੋਂ ਵੀ ਲਿਆ ਗਿਆ ਹੋਵੇ, ਪਰ ਜੋ ਮੈਂ ਕਲੀਅਰ ਕਰਦਾ ਹੁੰਦਾ ਕਨਸੈਪਟ ਉਹ ਮੈਂ ਪ੍ਰਤਿਸ਼ਠਿਤ ਕਿਤਾਬਾਂ ਦੇ ਅਕੋਰਡਿੰਗ ਹੀ ਕਰਦਾ ਹਾਂ। ਪ੍ਰਤਿਸ਼ਠਿਤ ਜੋ ਕਿਤਾਬਾਂ ਐਸਟੈਬਲਿਸ਼ ਹੋ ਚੁੱਕੀਆਂ ਨੇ ਸੰਬੰਧਿਤ ਮਜ਼ਮੂਨਾਂ ਦੀਆਂ, ਉਹਨਾਂ ਦੇ ਵਿੱਚੋਂ ਹੀ ਇਹ ਕਨਸੈਪਟ ਕਲੀਅਰ ਕਰਦਾ ਹੁੰਦਾ। ਜੇਕਰ ਫਿਰ ਵੀ ਕਿਸੇ ਨੂੰ ਕੋਈ ਡਾਊਟ ਹੈ ਤੇ ਉਹ ਸੰਬੰਧਿਤ ਮਜ਼ਮੂਨ ਦੀ ਸਥਾਪਿਤ ਵਿਦਵਾਨ ਦੁਆਰਾ ਲਿਖੀ ਸਥਾਪਿਤ ਕਿਤਾਬ ਵਿੱਚੋਂ ਹੀ ਆਪਣਾ ਜਿਹੜਾ ਹੈਗਾ ਤਰਮੀਮ ਕਰੇ ਵਿਦਿਆਰਥੀ, ਉੱਥੋਂ ਹੀ ਆਪਣਾ ਕਨਸੈਪਟ ਕਲੀਅਰ ਕਰੇ। ਤੋਂ ਮਿਲਦੇ ਹਾਂ ਅਗਲੇ ਲੈਕਚਰ ਦੇ ਵਿੱਚ, ਤਦ ਤੱਕ ਲਈ ਧੰਨਵਾਦ।